दोख निकंदन अमरदास गुर हृदय त्यामो हृदय त्यामो। श्री गुरु रामदास गुण गामो श्री गुरु रामदास गुण गावो। गुरु अर्जन विघ्नन के नाशक विघ्नन के नाशक। गुरु हर गोबिंद शुभ मत प्रकाशक शुभ मत प्रकाशक। गुरु हर राय नमो कर जोरी नमो कर जोरी। गुरु हर कृष्ण मनाए बहुरी मनाए बहुरी। तेग बहादुर परम केर पाला जी परम केर पाला। गुरु गोबिंद सिंह विसाला गुरु गोबिंद सिंह विसाला। तरों तरा पर पुन पुन सीसा जी पुन सीसा। बंदों बार बार जगदीशा बंदों बार बार जगदीशा। साहिब श्री गुरु ग्रंथ साहिब महाराज जी दे लगे हुए पावन दरबार दे विच साहिब श्री गुरु अंगद पातशाह महाराज जी दे पावन जीवन दी कथा श्रवण करन दे लई गुरु संगत विच जुड़ बैठी साध संगत जी आप जी ने कल ये श्रवण किया सी। महाराज जी ने भाई केदारी नूं ये राह दसिया दुनिया दे विच बड़े प्रकार दी अग्नि विचारां दी माड़ियां विचारां दी अग्नि बह रही है। इस अग्न तो बचण दे लई की उपाय है। वो उपाय साहिब श्री गुरु अंगद पातशाह महाराज जी ने भाई केदारी नूं दसिया। जिवें जंगलों दे विच चारे बन्ने अग लग गई होए जानवर वो तपत तो बचण दे लई भज के जाके नदी दे विच वड़ जांदे ने। इसे तरीके दे नाल मनुख वास्ते जिंदगी दे विच शांति प्राप्त करन वास्ते सुख प्राप्त करन वास्ते इक्को एक राह है। वो है गुरसंगत सत संगत। अगर मनुख सत संगत दे विच आके प्रेम सत्कार तहत बैठता है अते गुरु दे दसे हुए विचारां ते अमल करता है उत्ते तुरदा है उहदी जिंदगी शांतमई बन जाती है सुखमई बन जाती है। उस तो बाद तिन्ना सिखां नूं महाराज जी मुक्ति दे साधना बारे दस रहे ने। कल असीं जिथे विराग बारे सुनिया विराग दो प्रकार का हुंदा है। अज जिहड़ा योग किन्ने प्रकार का हुंदा है ज्ञान की है अते भगती का की लाभ है जिंदगी विच इहदे बारे अज असीं श्रवण करांगे। आओ कथा आरंभ करन तो पहला गुरु जी वल्लों बख्शे हुए गुरमंत्र नाल सांझ पा के कथा आरंभ करिए। सतनाम श्री वाहे गुरु साहिब जी
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। तथा जोग भी दोए प्रकार, एक तो कष्ट जोग और धार। जोग दो प्रकार ਦਾ ਹੁੰਦਾ ਹੈ। ਦੋ ਤਰੀਕੇ ਦੇ ਨਾਲ ਆਪਣੀਆਂ ਇੰਦਰੀਆਂ ਨੂੰ ਕਾਬੂ ਪਾ ਕੇ ਪਰਮੇਸ਼ਰ ਦੇ ਰਾਹ ਤੇ ਤੋਰਿਆ ਜਾ ਸਕਦਾ ਹੈ। ਪਹਿਲਾ ਯੋਗ ਉਸ ਦਾ ਨਾਮ ਕਸ਼ਟ ਯੋਗ ਹੈ। ਇਹਨੂੰ ਦੂਜੇ ਲਫ਼ਜ਼ਾਂ ਦੇ ਵਿੱਚ ਹਠ ਯੋਗ ਵੀ ਕਿਹਾ ਜਾਂਦਾ ਹੈ। यम निमाद अष्ट है अंग, सकल कहे बहु वदे प्रसंग। ਇਹ ਜਿਹੜੇ ਇਹਦੇ 8 ਅੰਗ ਨੇ, ਭਾਵ 8 ਇਹਦੇ ਪ੍ਰਕਾਰ ਨੇ ਕਸ਼ਟ ਯੋਗ ਦੇ, ਹਠ ਯੋਗ ਦੇ। ਜਿਵੇਂ ਧੂਣੀਆਂ ਤਪਾਉਣੀਆਂ, ਜਲ ਦੇ ਵਿੱਚ ਖਲੋ ਕੇ ਭਗਤੀ ਕਰਨੀ, ਭੁੱਖੇ ਰਹਿਣਾ, ਨੰਗੇ ਪੈਰੀ ਤੁਰਨਾ, ਇਹ ਸਾਰੇ ਹਠ ਯੋਗ ਦੇ ਸਾਧਨ ਨੇ। ਮਹਾਰਾਜ ਜੀ ਨੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਸਾਖੀ ਤੁਰੀ ਸੀ, ਉਸ ਵਿੱਚ ਇਹ 8 ਅੰਗਾਂ ਦਾ ਕੱਲੇ ਕੱਲੇ ਕਰਕੇ ਜ਼ਿਕਰ ਵੀ ਕੀਤਾ ਸੀ। ਹੁਣ ਸਾਹਿਬ ਜੀ ਇੱਥੇ ਦੱਸਦੇ ਨੇ ਯਮ ਨੇ ਇੰਦਰੀਆਂ 'ਤੇ ਕਾਬੂ ਪਾਉਣਾ, ਗੁਰੂ ਦੇ ਸ਼ਬਦ ਨੂੰ ਵਾਰ-ਵਾਰ ਆਪਣੇ ਮਨ ਦੇ ਵਿੱਚ ਉਹਦਾ ਨਿਧੀ ਆਸਨ ਕਰਨਾ, ਵਾਰ-ਵਾਰ ਯਾਦ ਕਰਨਾ, ਗੁਰੂ ਦੇ ਸ਼ਬਦ ਦੇ ਵਿੱਚ ਚਿੱਤ ਨੂੰ ਜੋੜਨਾ। ਇਹ ਟੋਟਲ 8 ਪ੍ਰਕਾਰ ਦਾ ਕਸ਼ਟ ਯੋਗ ਹੈ। ਦੂਸਰ ਰੂਪ ਸੁਣੋ ਤਿਸ ਭੇਤ, ਰੋਗ ਵਾਸਨਾ ਤੇ ਮਨ ਲੇਤ। ਜਿਹੜਾ ਦੂਜਾ ਰੂਪ ਹੈ ਉਹਦਾ ਮਤਲਬ ਇਹ ਹੈ ਆਪਣੇ ਮਨ ਨੂੰ ਵਾਸ਼ਨਾਵਾਂ ਤੋਂ ਰੋਕ ਲਏ। ਮਨ ਦੇ ਵਿੱਚ ਵਾਸ਼ਨਾਵਾਂ ਦੀਆਂ ਤਰੰਗਾਂ ਉੱਠਦੀਆਂ ਨੇ। ਜਿਵੇਂ ਸਮੁੰਦਰ ਹੈ, ਸਮੁੰਦਰ ਦੇ ਵਿੱਚ ਤਰੰਗਾਂ ਉੱਠਣ, ਲਹਿਰਾਂ ਆਉਂਦੀਆਂ ਨੇ, ਇਹ ਬਾਰ-ਬਾਰ ਜਲ ਦੇ ਉੱਤੇ ਲਹਿਰਾਂ ਉੱਠਦੀਆਂ ਨੇ। ਐਵੇਂ ਮਨ ਦੇ ਵਿੱਚ ਵੀ ਬਾਰ-ਬਾਰ ਲਹਿਰਾਂ ਉੱਠਦੀਆਂ ਨੇ। ਉਹ ਜਿਹੜੀਆਂ ਲਹਿਰਾਂ ਨੇ, ਕੋਈ ਲਹਿਰ ਕਾਮ ਦੀ ਹੁੰਦੀ ਹੈ, ਕੋਈ ਕ੍ਰੋਧ ਦੀ ਹੁੰਦੀ ਹੈ। ਜਿਵੇਂ ਲਹਿਰਾਂ ਉੱਠਣ, ਸਮੁੰਦਰ ਦੇ ਵਿੱਚ ਹਲਚਲ ਹੁੰਦੀ ਹੈ, ਇਵੇਂ ਮਨੁੱਖ ਦੇ ਮਨ ਵਿੱਚ ਜਦੋਂ ਲਹਿਰ ਉੱਠਦੀ ਹੈ ਕਿਸੇ ਵੀ ਵਿਕਾਰ ਦੀ, ਇਹ ਹਲਚਲ ਪੈਦਾ ਕਰਦੀ ਹੈ। ਜੇ ਇਹ 5 ਨਾ ਹੋਣ, ਦੁਨੀਆ ਵਿੱਚ ਕੋਈ ਹਲਚਲ ਨਹੀਂ ਹੋਏਗੀ। ਦੁਨੀਆ ਦੇ ਵਿੱਚ ਹਲਚਲ ਹੋਣ ਦਾ ਇੱਕੋ ਇੱਕ ਕਾਰਨ ਹੈ, ਇਹ 5 ਹੀ ਨੇ। ਇਹ 5 ਤੋਂ ਬਿਨਾਂ ਦੁਨੀਆ ਸੁਸਤ ਹੋ ਜਾਏਗੀ, ਕੋਈ ਹੋਣਾ ਹੀ ਨਹੀਂ ਦੁਨੀਆ 'ਤੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਦੂਜਾ ਰੂਪ ਹੈ ਨਾ ਜਿਹੜਾ ਯੋਗ ਦਾ, ਉਹ ਮਨ ਨੂੰ ਰੋਕਣਾ ਹੈ ਵਾਸ਼ਨਾਵਾਂ ਤੋਂ। ਜਿਹੜਾ ਕਸ਼ਟ ਯੋਗ ਹੈ, ਉਹ ਕਸ਼ਟ ਯੋਗ ਸਰੀਰ ਨੂੰ ਰੋਕ ਕੇ ਮਨ 'ਤੇ ਪਹੁੰਚਦਾ ਹੈ। ਇਹ ਸਿੱਧਾ ਹੀ ਮਨ ਨੂੰ ਰੋਕਣਾ ਹੈ। ਸਤਿਗੁਰ ਸ਼ਬਦ ਸਦੀਵ ਵਿਚਾਰੈ, ਜੀਵ ਬ੍ਰਹਮ ਇਕਤਾ ਨਿਰਧਾਰੈ। ਗੁਰੂ ਦੇ ਦੱਸੇ ਹੋਏ ਸ਼ਬਦ ਨੂੰ ਬਾਰ-ਬਾਰ ਵਿਚਾਰੇ ਅਤੇ ਜੀਵ ਤੇ ਬ੍ਰਹਮ, ਪਰਮਾਤਮਾ 'ਚ ਤੇ ਬ੍ਰਹਮ ਵਿੱਚ ਕੋਈ ਫਰਕ ਨਹੀਂ। ਪਰਮਾਤਮਾ ਦੇ ਵਿੱਚ ਅਤੇ ਜੀਵ ਦੇ ਵਿੱਚ ਕੋਈ ਫਰਕ ਨਹੀਂ ਹੈ। ਸਿਰਫ ਇਹ ਭਰਮ ਨੂੰ ਮਿਟਾ ਦੇਵੇ। ਪਰ ਇਵੇਂ ਸਮਝੇ ਮੈਂ ਪਰਮਾਤਮਾ ਵਿੱਚ ਹੀ ਹਾਂ, ਪਰਮਾਤਮਾ ਤੋਂ ਬਾਹਰ ਮੈਂ ਨਹੀਂ। ਆਤਮਾ ਵਿਖੈ ਜੁਟੀ ਬ੍ਰਿਤ ਰਹਿ, ਸ੍ਰੇਸ਼ਟ ਪਰਮ ਜੋਗ ਇਹ ਕਹੈ। ਆਤਮਾ ਦੇ ਵਿੱਚ ਜਿਹਨੂੰ ਮਹਾਰਾਜ ਜੀ ਕਿ ਸਚਿਆਰਾ ਹੋਈਐ, ਕਿ ਕੂੜੈ ਟੁੱਟੈ ਭਾਲ। ਜਿਸ ਦਿਨ ਕੂੜ ਦੀ ਕੰਧ ਟੁੱਟ ਜਾਂਦੀ ਹੈ, ਉਸ ਦਿਨ ਰਹਿ ਸਿਰਫ ਆਤਮਾ ਹੀ ਜਾਂਦੀ ਹੈ। ਜੀਵ ਖਤਮ ਹੋ ਜਾਂਦੀ, ਜੀਵ ਆਤਮਾ ਖਤਮ ਹੋ ਜਾਂਦੀ ਹੈ। ਵੈਸੇ ਤਾਂ ਆਤਮਾ ਹੀ ਹੈ, ਜੀਵ ਦੇ ਉੱਤੇ ਇਹਦੇ ਉੱਤੇ ਝੂਠ ਦੀ ਕੰਧ ਬਣ ਗਈ, ਮਾੜੇ ਸੰਸਕਾਰਾਂ ਦੀ ਮੈਲ ਲੱਗ ਗਈ, ਤਾਂ ਇਹਨੂੰ ਜੀਵ ਆਤਮਾ ਕਿਹਾ ਜਾਂਦਾ ਹੈ। ਵੈਸੇ ਹੈ ਆਤਮਾ ਹੀ ਹੈ, ਪ੍ਰਕਾਸ਼ ਸਰੂਪ ਹੀ, ਗਿਆਨ ਸਰੂਪ। ਜਿਸ ਦਿਨ ਹੌਲੀ ਹੌਲੀ ਮਨੁੱਖ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਪੜ੍ਹਦਿਆਂ ਇਹਦੇ ਭੁਲੇਖੇ ਮਿਟਦੇ ਨੇ, ਸੰਸਕਾਰ ਹੌਲੀ ਹੌਲੀ ਚੰਗੇ ਬਣਦੇ ਜਾਂਦੇ ਹਨ। ਵਾਸਤਵ ਨਿਜ ਸਰੂਪ ਕੋ ਜਾਣੈ,
इसको ज्ञानी ज्ञान बखानै। ਅਤੇ ਗਿਆਨ ਇਹਨੂੰ ਵਿਚਾਰ ਕੇ ਆਪਣੇ ਨਿੱਜੀ ਸਰੂਪ ਦੇ ਵਿੱਚ ਚਲਾ ਜਾਏ, ਇਸ ਨੂੰ ਲੋਕ ਗਿਆਨ ਕਹਿੰਦੇ ਨੇ। ਤੀਜਾ ਜਿਹੜਾ ਅੰਗ ਹੈ ਉਹ ਗਿਆਨ ਹੈ। ਇਸ ਨੂੰ ਮਹਾਰਾਜ ਕਹਿੰਦੇ ਜਿਹੜੇ ਲੋਕ, ਕਿਉਂਕਿ ਕਈ ਜਪ ਕੇ ਪਰਮਾਤਮਾ ਤਾਈਂ ਪਹੁੰਚਦੇ ਨੇ, ਕਈ ਗਾ ਕੇ ਪਹੁੰਚਦੇ ਨੇ, ਕਈ ਫਿਰ ਵਿਚਾਰ ਕੇ ਵੀ ਪਹੁੰਚਦੇ ਨੇ। ਵਿਚਾਰ ਕੇ ਗੁਰਬਾਣੀ ਵਿੱਚ ਵੀ ਕਿਹਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕੇ ਵੀ ਪਹੁੰਚਿਆ ਜਾ ਸਕਦਾ। ਇਸ ਕਹਿੰਦੇ ਇਸ ਨੂੰ ਜਿਹੜੇ ਗਿਆਨੀ ਲੋਕ ਨੇ ਇਸ ਨੂੰ ਗਿਆਨ ਕਹਿੰਦੇ ਹਨ। ਚੌਥੀ ਭਗਤ ਰੂਪ ਸੁਨ ਲੇਹੋ, ਕਲੀ ਕਾਲ ਇਹ ਮੁਖ ਲਖੇਹੋ। ਚੌਥੀ ਜਿਹੜੀ ਭਗਤੀ ਹੈ, ਚੌਥਾ ਜਿਹੜਾ ਰੂਪ ਹੈ ਪਰਮਾਤਮਾ ਤਾਈਂ ਪਹੁੰਚਣ ਦਾ, 3 ਸਾਧਨ ਨੇ। ਪਹਿਲਾ ਹੈ ਯੋਗ, ਪਹਿਲਾ ਹੈ ਵਿਰਾਗ, ਦੂਜਾ ਹੈ ਯੋਗ, ਤੀਜਾ ਹੈ ਗਿਆਨ ਤੇ ਚੌਥੀ ਹੈ ਭਗਤੀ। ਸਾਹਿਬ ਜੀ ਕਹਿੰਦੇ ਨੇ ਜਿਹੜੀ ਭਗਤੀ ਹੈ ਇਹ ਸਾਰਿਆਂ ਦੇ ਵਿੱਚ ਉੱਤਮ ਹੈ। ਵਾਹਿਗੁਰੂ ਕੀ ਜੈ ਨੇਜ ਸੁਆਮੀ, ਸਕਲ ਸਕਤ ਯੁਤ ਅੰਤਰ ਜਾਮੀ। ਭਗਤੀ ਕੀ ਹੈ? ਭਗਤੀ ਦਾ ਮਤਲਬ ਹੈ ਇੱਕ ਪਰਮਾਤਮਾ ਨੂੰ ਆਪਣਾ ਸੁਆਮੀ ਮੰਨ ਲੈਣਾ। ਸਾਰੀਆਂ ਸ਼ਕਤੀਆਂ ਦਾ, ਜਿੰਨੀਆਂ ਵੀ ਦੁਨਤੇ ਸ਼ਕਤੀਆਂ ਨੇ, ਸਾਰਿਆਂ ਦਾ ਸੁਆਮੀ ਪਰਮਾਤਮਾ ਨੂੰ ਮੰਨਣਾ ਅਤੇ ਪਰਮਾਤਮਾ ਦੇ ਅੱਗੇ ਵਾਰ-ਵਾਰ ਬੇਨਤੀਆਂ ਕਰਨਾ। ਤਾਂ ਹੀ ਤਾਂ ਸਿੱਖ ਪੰਥ 'ਚ ਅਰਦਾਸ ਕੀਤੀ ਜਾਂਦੀ ਹੈ। ਕਿਉਂ? ਇੱਥੇ ਸਾਰੀ ਸ਼ਕਤੀਆਂ ਭਗਤੀ ਹੀ ਹੈ। ਇੱਥੇ ਭਗਤੀ ਦਾ ਮਤਲਬ ਹੈ ਭਾਵਨਾ। ਇੱਥੇ ਜਿੰਨੀ ਭਾਵਨਾ ਵਧੀ ਜਾਏਗੀ ਉਨਾ ਮਨੁੱਖ ਪਰਮੇਸ਼ਰ ਦੇ ਨੇੜੇ ਜਾਈ ਜਾਂਦਾ ਹੈ। ਸੋ ਇਸ ਕਰਕੇ ਜਿਹੜੀ ਇਹ ਭਗਤੀ ਹੈ, ਭਗਤੀ ਦਾ ਮਤਲਬ ਪਰਮੇਸ਼ਰ ਨੂੰ ਸਰਵ ਸ੍ਰੇਸ਼ਟ ਸਮਝਣਾ ਤੇ ਆਪਣੇ ਆਪ ਨੂੰ ਅਲਪ ਸਮਝ ਕੇ ਚੱਲਣਾ ਹੈ। ਚੌਥੀ ਭਗਤ ਰੂਪ ਸਿਨ, ਵਾਹਿਗੁਰੂ ਕੀ ਜੈ ਨਿਜ ਸੁਆਮੀ, ਸਕਲ ਸਕਤ ਯੁਤ ਅੰਤਰ ਜਾਮੀ। ਵਾਹਿਗੁਰੂ ਸਾਰੀ ਸ਼ਕਤੀਆਂ ਦਾ ਮਾਲਕ ਹੈ, ਉਸ ਨੂੰ ਅੰਤਰਜਾਮੀ ਜਾਣ ਲੈਣਾ ਚਾਹੀਦਾ ਹੈ। ਆਪਣੇ ਦਾਰਾ ਪ੍ਰਭ ਕੇਰੀ, ਪਤੀ ਬ੍ਰਤਾ ਕੀ ਰੀਤ ਵਡੇਰੀ। ਤੇ ਇਹ ਜਿਹੜੀ ਜੀਵ ਆਤਮਾ ਹੈ ਇਹ ਪਰਮੇਸ਼ਰ ਦੀ ਪਤਨੀ ਬਣ ਜਾਏ। ਕਿਉਂਕਿ ਬਾਣੀ ਕਹਿੰਦੀ ਹੈ, ਬਾਣੀ ਦੇ ਵਿੱਚ ਇਹ ਫਰਮਾਨ ਵੀ ਹੈ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਭਾਈ। ਇਹ ਜਿਹੜੀ ਜੀਵ ਆਤਮਾ ਹੈ, ਮਨੁੱਖ ਆਪਣੇ ਆਪ ਨੂੰ ਇੱਕ ਇਸਤਰੀ, ਜੀਵ ਆਤਮਾ ਨੂੰ ਇੱਕ ਇਸਤਰੀ ਸਮਝੇ ਅਤੇ ਜਿਹੜਾ ਪਰਮੇਸ਼ਰ ਹੈ ਉਸ ਦੀ ਪਤਨੀ ਜਿਹੜੀ ਸਾਡੀ ਜੀਵ ਆਤਮਾ ਬਣ ਜਾਂਦੀ ਹੈ। ਤਨ ਮਨ ਧਨ ਸਭ ਅਰਪੈ ਪਤ ਕੋ, ਪਿਆਰੋ ਪਰਮ ਪ੍ਰੇਮ ਕਰ ਚਿਤ ਕੋ। ਤਨ ਮਨ ਧਨ ਜੋ ਵੀ ਮਨੁੱਖ ਦੇ ਕੋਲ ਹੈ ਇਹ ਐਵੇਂ ਸਮਝੇ ਵੀ ਇਹ ਪਰਮੇਸ਼ਰ ਦਾ ਹੀ ਹੈ, ਸਾਰਾ ਕੁਝ ਉਹਨੂੰ ਹੀ ਸੌਂਪ ਦੇਵੇ। ਤੇਰਾ ਤੁਝ ਕੋ ਸੌਂਪ ਦੇ, ਕਿਆ ਲਾਗੇ ਮੇਰਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਜਿਸ ਦਿਨ ਏਡੀ ਵੱਡੀ ਗੱਲ ਮਨੁੱਖ ਕਹਿ ਦਿੰਦਾ ਹੈ, ਇਹ ਵੈਸੇ ਇਹ ਗੱਲ ਬਹੁਤ ਵੱਡੀ ਹੈ। ਇਹ ਜਿਹੜੀ ਬਾਣੀ ਦੀ ਇਹ ਬਾਤ ਹੈ ਬਹੁਤ ਕਮਾਲ ਦੀ ਹੈ, ਇਹ ਤੁਕ ਬੜੀ ਵੱਡੀ ਹੈ। ਏਡੀ ਗੱਲ ਦਿਲੋਂ ਮਨੁੱਖ ਉਦੋਂ ਕਹਿੰਦਾ ਜਦੋਂ ਹਿਰਦਾ ਉਹਦਾ ਨਿਰਮਲ ਹੋ ਜਾਂਦਾ ਹੈ, ਉਹਨੂੰ ਗਿਆਨ ਹੋ ਜਾਂਦਾ, ਉਸ ਦਿਨ ਕਹੇਗਾ। ਫਿਰ ਇਹ ਮਨੁੱਖ ਆਪਣੇ ਮਨ ਤੋਂ ਇਹ ਗੱਲ ਕਹੇ, ਪਰਮੇਸ਼ਰ ਮੇਰਾ ਕੁਛ ਨਹੀਂ ਹੈ, ਇਹ ਸਰੀਰ ਵੀ ਤੇਰਾ ਦਿੱਤਾ ਹੈ, ਅੱਖਾਂ ਤੇਰੀਆਂ ਨੇ, ਪੈਰ ਤੇਰੇ ਨੇ, ਇਹਨਾਂ ਦੇ ਸਹਿਯੋਗ ਦੇ ਨਾਲ, ਬੁੱਧੀ ਤੇ ਸਰੀਰ ਦੇ ਸਹਿਯੋਗ ਨਾਲ ਧਨ ਕਮਾਇਆ ਉਹ ਵੀ ਤੇਰਾ ਹੈ, ਇਹ ਪਰਿਵਾਰ ਵੀ ਤੇਰਾ, ਸਭ ਕੁਝ ਤੇ ਤੇਰਾ, ਮੇਰਾ ਕੀ ਹੈ ਇੱਥੇ। ਜਿਸ ਦਿਨ ਇੰਨੀਆਂ ਬੇਨਤੀਆਂ ਮਨੁੱਖ ਪਰਮਾਤਮਾ ਅੱਗੇ ਕਰ ਦਿੰਦਾ ਹੈ ਅਤੇ ਹਮੇਸ਼ਾ ਉਸ ਨੂੰ ਚਿੱਤ ਵਿੱਚ ਰੱਖਦਾ ਹੈ। ਪਤ ਰਜਾਏ ਮਹਿਰਾਜੀ ਰਹਿ, ਵਿਚਰੈ ਨੀਤ ਮਿਲਵੇ ਕੋ ਚਹੈ। ਹਮੇਸ਼ਾ ਪਰਮੇਸ਼ਰ ਦੀ ਰਜ਼ਾ ਵਿੱਚ ਰਾਜੀ ਰਹਿਣਾ, ਜੈਸਾ ਉਹ ਕਰ ਰਿਹਾ ਉਹਦੇ ਵਿੱਚ ਚੱਲਣਾ। ਅਸਲ ਦੇ ਵਿੱਚ ਇਹੀ ਹੈ ਨਾ, ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਜੇ ਪਰਮਾਤਮਾ 10 ਵਸਤੂਆਂ ਦੇ ਦੇ ਤੇ ਇੱਕ ਦੇ ਉੱਤੇ ਲੜ ਪਏ ਉਹਦੇ ਨਾਲ, ਤੇ ਉਹ ਕਹੇਗਾ 10 ਵੀ ਵਾਪਸ ਕਰ। ਤੇ ਜੇ ਮਨੁੱਖ ਇਵੇਂ ਕਰੇ, ਜਿਹੜੀਆਂ ਦਿੱਤੀਆਂ ਨੇ ਇਹ ਪੈਦਾਤ ਤੇਰੀ ਦਾਤਾਰ, ਸਾਰਾ ਕੁਝ ਉਹਨੂੰ ਹੀ ਸੌਂਪ ਦੇ ਵੀ ਪਰਮੇਸ਼ਰ ਇਹ ਤੇਰਾ ਹੀ ਹੈ, ਮੇਰਾ ਕੁਝ ਨਹੀਂ ਹੈ। ਜਿਸ ਦਿਨ ਐਸਾ ਕਹੇਗਾ
उस दिन फिर परमात्मा खुश होता है। एक बारी एक राजा सी, ਉਹਦਾ एक मंत्री, मैं आप जी ਨੂੰ ਪਹਿਲਾਂ भी ਇਹ ਸੁਣਾਇਆ है, वो मंत्री राजे ਦੀ एक दिन ਉਂਗਲ ਵੱਢੀ गई तो मंत्री ਕਹਿੰਦਾ भी जो रब करता है वो चंगा ही करता है। राजा ਕਹਿੰਦਾ बड़ा मूर्ख है, मेरे सੱਟ ਵੱਜੀ है, कह रहा जो रब करता है चंगा ही करता है। ਕਹਿੰਦੇ ठीक नहीं, ਇਹਨੂੰ जेल ਵਿੱਚ पाओ, ये ठीक नहीं है। उन्होंने जेल ਵਿੱਚ पा दिता। एक दिन राजा शिकार खेडਣ ਲਈ गया, जंगल ਦੇ ਵਿੱਚ ਭੀਲਾਂ ਦੀ ਜਾਤੀ ਰਹਿੰਦੀ है, ਭੀਲਾਂ ने ਉਹਨੂੰ ਫੜ ਲਿਆ ਤੇ ਕਹਿੰਦੇ ਨੇ ਆਪਾਂ ਆਪਣੇ ਕੁੱਲ ਦੇਵਤਾ ਨੂੰ ਬਲੀ ਦੇਣੀ ਹੈ, ਇਹਦੀ ਦੋ ਬਲੀ। ਜਿਹੜਾ ਉਹਨੂੰ ਕੀ ਪਤਾ ਇਹ ਰਾਜਾ ਹੈ। ਬਲੀ ਦੇਣ ਤੋਂ ਪਹਿਲਾਂ ਉਹ ਭੀਲਾਂ ਦਾ ਬਜ਼ੁਰਗ ਕਹਿਣ ਲੱਗਿਆ ਵੀ ਇੱਕ ਵਾਰੀ ਚੈੱਕ ਤੇ ਕਰੋ, ਇੱਕ ਵਾਰੀ ਇਹਦਾ ਨਿਰੀਖਣ ਕਰੋ ਵੀ ਇਹਦੇ ਅੰਗ ਸਾਰੇ ਪੂਰੇ ਨੇ। ਉਹਨਾਂ ਚੈੱਕ ਕੀਤਾ, ਜਦੋਂ ਤੇ ਵੇਖਿਆ ਵੀ ਉਂਗਲ ਹੈ ਨਹੀਂ ਹੈ। ਉਹ ਇਕੱਠੇ ਹੋ ਕੇ ਕਹਿਣ ਲੱਗੇ ਮਹਾਰਾਜ ਇਹਦੇ ਉਂਗਲ ਹੈ ਨਹੀਂ, ਇਹਨੇ ਛੱਡ ਦਿਓ, ਫਿਰ ਇਹਦੀ ਬਲੀ ਨਹੀਂ ਅਸੀਂ ਦੇਣੀ। ਵਾਪਸ ਆਇਆ, ਆਉਂਦਿਆਂ ਆਪਣੇ ਸਿਪਾਹੀਆਂ ਨੂੰ ਕਹਿੰਦਾ ਵੀ ਉਹਨੂੰ ਮੰਤਰੀ ਨੂੰ ਬਾਹਰ ਕੱਢੋ। ਕਹਿੰਦੇ ਕਿਉਂ ਮਹਾਰਾਜ ਹੁਣ ਕੀ ਹੋ ਗਿਆ? ਕਹਿੰਦੇ ਬੜੀ ਅਗਲੀ ਗੱਲ ਉਹ ਕਰਦਾ ਹੈ। ਉਹਨੇ ਕਿਹਾ ਸੀ ਜੋ ਰੱਬ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ। ਕਹਿੰਦੇ ਇਸ ਕਰਕੇ ਜੇ ਪਰਮੇਸ਼ਰ ਮੇਰੀ ਉਂਗਲੀ ਨਾ ਵਢਾਉਂਦਾ ਅੱਜ ਮੈਂ ਜਾਨੋਂ ਜਾਂਦਾ ਰਹਿਣਾ ਸੀ। ਇਹਦੇ ਉਂਗਲ ਨਾਲ ਕੰਮ ਚੱਲ ਗਿਆ, ਨਹੀਂ ਤਾਂ ਅੱਜ ਜਾਨੋਂ ਜਾਣਾ ਸੀ। ਪਰਮੇਸ਼ਰ ਦੀ ਜਿਹੜੀ ਖੇਡ ਹੈ ਉਹ ਬੜੀ ਵੱਡੀ ਹੈ। ਕਈ ਵਾਰੀ ਸਾਡੇ ਨਾਲ ਐਸਾ ਕੰਮ ਬਣ ਜਾਂਦਾ ਹੈ ਜਿਹੜਾ ਸਾਨੂੰ ਲੱਗਦਾ ਠੀਕ ਨਹੀਂ ਹੋਇਆ, ਐਸਾ ਨਹੀਂ ਹੋਣਾ ਚਾਹੀਦਾ, ਪਰ ਪਰਮੇਸ਼ਰ ਬੜਾ ਵੱਡਾ ਹੈ। ਉਹ ਪਤਾ ਨਹੀਂ ਕੀ ਸੋਚ ਰਿਹਾ। ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿੱਤ ਨਾ ਹੋਏ। ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ, ਉਹ ਰੱਬ ਕਰਦਾ, ਪਰ ਉਹ ਕਰਦਾ ਠੀਕ ਹੀ ਹੈ। ਪਰ ਇੰਨੀ ਬੁੱਧੀ ਨਹੀਂ ਵੀ ਉਹਦੇ ਕੀਤੇ ਨੂੰ ਸਮਝ ਸਕੀਏ। ਕਿਉਂ ਤੇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਕਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਕੌਣ ਜਾਣ ਸਕਦਾ ਤੇਰਾ ਅੰਤ? ਕੌਣ ਪਾ ਸਕਦਾ ਹੈ? ਇਸ ਕਰਕੇ ਪਰਮੇਸ਼ਰ ਜੋ ਕੁਝ ਕਰ ਰਿਹਾ ਹੈ ਉਹ ਚੰਗਾ ਹੀ ਕਰ ਰਿਹਾ ਹੈ। ਉਹਦੇ ਭਾਣੇ ਅੰਦਰ ਸਭ ਕੁਝ ਸਹੀ ਹੋ ਰਿਹਾ ਹੈ। ਪਰ ਮਨੁੱਖ ਨੂੰ ਕਈ ਵਾਰੀ ਐਸਾ ਜਾਪਦਾ ਹੈ ਮੇਰੇ ਨਾਲ ਬੇਨਿਆਈ ਹੋ ਰਹੀ ਹੈ, ਐਸਾ ਲੱਗਦਾ ਹੈ ਮੇਰੇ ਨਾਲ ਧਰਤੀ ਦੇ ਧੱਕਾ ਹੋ ਰਿਹਾ, ਹੋ ਨਹੀਂ ਰਿਹਾ, ਸਹੀ ਹੋ ਰਿਹਾ ਸਭ ਕੁਝ। ਪਰਮੇਸ਼ਰ ਇਹ ਧਰਤੀ ਦੇ ਧੱਕਾ ਚੱਲਣ ਨਹੀਂ ਦਿੰਦਾ ਕਿਸੇ ਦਾ। ਆਪਣੇ ਕਰਮ ਨੇ ਪਾਉਣੇ ਹੋਏ ਪਿਛਲੇ, ਕੋਈ ਧੱਕਾ ਚੱਲਦਾ ਨਹੀਂ ਕਿਸੇ ਦਾ, ਨਾ ਕਿਸੇ ਦਾ ਉਹਨੇ ਚੱਲਣ ਦਿੱਤਾ ਹੀ ਹੈ। ਇੱਥੇ ਤੇ ਹਰਨਾਕਸ਼ ਵਰਗਿਆਂ ਨੇ ਧਰਤੀ 'ਤੇ ਹੀ ਆਏ, ਜਿਹੜੇ ਤਾਂ ਆਪਾਂ ਬੈਠੇ ਹਾਂ ਅੱਜ। 40-50 ਸਾਲ ਤੋਂ ਅਸੀਂ ਵੀ ਵੇਖ ਹੀ ਰਹੇ ਹਾਂ, ਜਿਹੜੇ ਆਪਾਂ ਸਾਰੇ ਇੱਥੇ ਵੇਖ ਹੀ ਰਹੇ ਹਾਂ ਧਰਤੀ ਦਾ ਸਾਰਾ ਕੁਝ। ਇੱਥੇ ਪਰਮੇਸ਼ਰ ਨੇ ਸਦੀਵ ਹੀ ਕਿਸੇ ਦਾ ਧੱਕਾ ਚੱਲਣ ਨਹੀਂ ਦਿੱਤਾ। ਹਰਨਾਕਸ਼ ਨੇ ਦਾਅਵਾ ਕੀਤਾ ਮੈਂ ਹਾਂ, ਰੱਬ ਹੈ ਨਹੀਂ, ਕਿ ਜ਼ਿਆਦਾ ਦਿਨ ਰਿਹਾ ਨਹੀਂ ਰਿਹਾ। ਪੰਡਤਾਂ ਨੇ ਨਾਮਦੇਵ ਜੀ ਨੂੰ ਹੰਕਾਰ ਵਿੱਚ ਆ ਕੇ ਮੰਦਿਰ ਤੋਂ ਬਾਹਰ ਸੁੱਟਿਆ ਕਿ ਉਹਨਾਂ ਦਾ ਧੱਕਾ ਚੱਲਿਆ। ਜਿੰਨਾ ਸੁੱਟਿਆ ਅੱਜ ਨਾਮ ਵੀ ਨਹੀਂ ਹੈ। ਕੌਣ ਸਨ ਕੋਈ ਪਤਾ ਨਹੀਂ। ਨਾਮਦੇਵ ਜੀ ਦੇ ਉਹ ਮੰਦਿਰ ਵਿੱਚ ਜਿੱਥੇ ਬਾਹਰ ਸੁੱਟਿਆ ਅੱਜ ਲੋਕੀ ਉਹ 'ਚ ਪੂਜਾ ਕਰਦੇ ਨੇ, ਨਰਸੀ ਨਾਮਦੇਵ। ਇਸ ਕਰਕੇ ਜਿਹੜਾ ਮਨੁੱਖ ਭਗਤੀ ਵਿੱਚ ਲੱਗ ਜਾਂਦਾ ਹੈ, ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਪਰਮੇਸ਼ਰ ਦੇ ਮਤਲਬ ਗੁਰਦੁਆਰੇ ਆਉਂਦਾ ਹੈ, ਨਾਮ ਜਪਦਾ ਹੈ, ਮੰਦਿਰ ਜਾਂਦਾ ਹੈ, ਮਸਜਿਦ ਜਾਂਦਾ ਹੈ, ਭਾਵ ਪਰਮੇਸ਼ਰ ਨੂੰ ਜਿਹੜਾ ਮੰਨਦਾ ਹੈ ਉਹਦੀ ਰਜ਼ਾ ਵਿੱਚ ਰਹੇ। ਤੈਨੂੰ ਮਹਾਰਾਜ ਕੇ ਉਸ 'ਤੇ ਚੌਗਣ ਕਰੈ ਨਿਹਾਲ, ਉਹ ਫਿਰ ਜ਼ਿਆਦਾ ਨਿਹਾਲ ਕਰਦਾ। ਜਿਹੜਾ ਰਾਜੀ ਵਿੱਚ ਰਹੇ ਨਾ, ਜਿਹੜਾ ਪੁੱਤਰ ਆਪਣੇ ਪਿਤਾ ਦੀ ਕੀਤੀ ਦੇ ਉਂਗਲ ਨਾ ਚੁੱਕੇ, ਪਿਤਾ ਸੋਚਦਾ ਉਹਦਾ ਜ਼ਿਆਦਾ ਕਰਦਾ ਪਿਓ, ਵੀ ਇਹ ਬੋਲਦਾ ਹੀ ਕੁਛ ਨਹੀਂ, ਇਹਦਾ ਜ਼ਿਆਦਾ ਕਰੋ। ਜਿਹੜਾ ਮਾੜੀ ਮਾੜੀ ਗੱਲ ਤੋਂ ਪਿਤਾ ਦੇ ਨਾਲ ਤਕਰੀਰਾਂ ਕਰੇ ਨਾ, ਪਿਓ ਦਾ ਵੀ ਦਿਲ ਲੱਗ ਜਾਂਦਾ ਵੀ ਇੰਨਾ ਕੁਝ ਹੁੰਦਿਆ ਸੁਣਦਿਆ ਮੇਰੇ ਨਾਲ ਤਕਰੀਰਾਂ ਕਰ ਰਿਹਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਪਰਮੇਸ਼ਰ ਦੇ ਰਾਜਾ ਵਿੱਚ ਰਾਜੀ ਰਹਿਣਾ ਚਾਹੀਦਾ ਹੈ, ਉਹਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ। ਇਹੀ ਭਗਤੀ ਹੈ। ਜਾਵਤ ਮਿਲਹਿ ਨ ਰਚਹਿ ਉਪਾਈ ਇਹ ਸੁਖਦ ਪਤ ਬਿਨ ਦੁਖਦਾਈ। ਇਸ ਕਰਕੇ ਜਦੋਂ ਗੁਰੂ ਦੇ ਪਰਮੇਸ਼ਰ ਦੀ ਬਾਣੀ ਦੇ ਦੀਦਾਰ ਨਾ ਹੋਣ, ਨਾਮ ਨਾ ਜਪਿਆ ਜਾਏ, ਆਪਣੇ ਆਪ ਨੂੰ ਕੋਸੇ ਵੀ ਅੱਜ ਠੀਕ ਨਹੀਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲ ਗਿਆ ਤੁਧ ਪ੍ਰੈ ਭਗਵੰਤਾ। ਇੱਕ ਘੜੀ ਨਾ ਮਿਲਣ ਕਰਕੇ ਵੀ ਕਲਯੁਗ ਬਣ ਜਾਂਦਾ। ਜਿਹੜੇ ਭਗਤੀ ਕਰਦੇ ਨੇ ਕਹਿੰਦੇ ਪਰਮੇਸ਼ਰ ਅੱਜ ਨਾਮ ਨਹੀਂ ਜਪਿਆ ਗਿਆ, ਅੱਜ 10 ਮਿੰਟ ਮੈਂ ਲੇਟ ਹੋ ਗਿਆ, 5 ਮਿੰਟ ਲੇਟ ਹੋ ਗਿਆ, ਇਹ ਠੀਕ ਨਹੀਂ।
इस करके जो ऐसा काम बने अपने आप ਨੂੰ कि मना नहीं 5 मिनट भी लेट नहीं होना, ये 5 मिनट भी विछोड़ा उतों झलिया ना जावे उस नूं भगत किया जाता है। दीर्घ श्वास परी मुख पीरी असर बह धरै नह धीरी। जिवें ਇਹਦੇ ਵਿੱਚ ਕਹਿ ਰਹੇ ਨੇ ਗੁਰੂ ਅੰਗਦ ਸਾਹਿਬ ਜੀ ਉਪਦੇਸ਼ ਦੇ ਰਹੇ ਸਿੱਖਾਂ ਨੂੰ, ਜਿਵੇਂ ਇੱਕ ਪਤਨੀ ਆਪਣੇ ਪਤੀ ਦੇ ਦੀਦਾਰ ਤੋਂ ਬਿਨਾ ਵਿਦੇਸ਼ ਗਏ ਹੋਣ, 10-15 ਸਾਲ ਤੋਂ ਆਉਣਾ ਨਾ ਬਣੇ ਕਿਸੇ ਕਾਰਨ ਕਰਕੇ, ਉਹਦਾ ਧੀਰਜ ਨਹੀਂ ਰਹਿੰਦਾ, ਉਹ ਰੋਂਦੀ ਹੈ ਕਿਉਂਕਿ ਬੱਚੇ ਇਕੱਲੇ ਹੁੰਦੇ ਨੇ ਘਰਾਂ। ਕਹਿੰਦੇ ਐਸਾ ਹੀ ਸਮਝੋ ਜਿਹੜਾ ਇੱਕ ਪਰਮੇਸ਼ਰ ਦਾ ਭਗਤ ਹੈ, ਜੇ ਉਹ ਕਿਤੇ ਪਤੀ ਪਰਮੇਸ਼ਰ ਦੀ ਯਾਦ ਤੋਂ ਬਗੈਰ ਵੀ ਉਹਦੇ ਸਵਾਸ ਜਾਣ, ਉਹ ਕਹਿੰਦਾ ਨਹੀਂ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੋ। ਇੱਕ ਇੱਕ ਸਾਹ ਨੂੰ ਉਹ ਕਹਿੰਦਾ ਪਰਮੇਸ਼ਰ ਤੇਰੇ ਸਾਹ ਤੇਰੇ ਸਵਾਸ ਜਿਹੜੇ ਮੇਰੇ ਆਉਣੇ ਨੇ ਤੇਰੀ ਯਾਦ ਤੋਂ ਬਿਨਾ ਨਾ ਆਉਣ। ਤੇ ਹਮੇਸ਼ਾ ਜਦੋਂ ਉਹਨੂੰ ਗੁਰੂ ਦਾ ਦੁਆਰਾ ਵੇਖਣ ਨੂੰ ਨਾ ਮਿਲੇ, ਗੁਰੂ ਦੇ ਦੁਆਰੇ ਤੇ ਬੰਦਗੀ ਨਾ ਕਰ ਸਕੇ, ਅੱਖਾਂ ਵਿੱਚੋਂ ਹੰਝੂ ਚੱਲਣ, ਆਪਣੇ ਆਪ ਨੂੰ ਕੋਸੇ ਰੋਏ, ਮਨਾ ਇਹ ਠੀਕ ਨਹੀਂ ਕੀਤਾ, ਅੱਜ ਤੂੰ ਗੁਰੂ ਦੇ ਦਰਸ਼ਨ ਨਹੀਂ ਕੀਤੇ। ਪੁਰਾਣੇ ਰਹਿਤਨਾਮਿਆਂ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਵੀ ਸਿੱਖ ਦਾ ਫਰਜ਼ ਹੈ ਦੋਵੇਂ ਟਾਈਮ ਗੁਰੂ ਦੇ ਦਰਸ਼ਨ ਕਰੇ, ਸਵੇਰੇ ਵੀ ਤੇ ਸ਼ਾਮ ਨੂੰ ਵੀ, ਤੇ ਹੋ ਸਕੇ ਸੰਗਤ ਵਿੱਚ ਵੀ ਬੈਠੇ, ਕਿਉਂਕਿ ਸੰਗਤ ਸ਼ੁਭ ਗੁਣਾਂ ਦੀ ਮਾਂ ਹੈ। ਇੱਕਦਮ ਤੇ ਨਹੀਂ ਬੈਠਾ ਜਾਂਦਾ, ਕਿਉਂਕਿ ਆਦਤ ਛੁੱਟ ਜਾਂਦੀ ਹੈ ਮਨੁੱਖ ਦੀ। ਗੁਰਦੁਆਰੇ ਆਏ, ਮੱਥਾ ਟੇਕ ਕੇ ਚਲੇ ਗਏ, 5-5 ਮਿੰਟ ਤੋਂ ਪਾਈਏ, ਕਿਉਂਕਿ ਕੰਮ ਤੇ ਐਵੇਂ ਚੱਲਣੇ ਨੇ, ਕੰਮ ਨਹੀਂ ਕਿਤੇ। ਮਹਾਰਾਜ ਬਾਣੀ 'ਚ ਕਹਿੰਦੇ ਨੇ ਕਰ ਕਰ ਥਾਕੇ ਵੱਡੇ ਵਡੇਰੇ ਕਾਜ ਨਾ ਕੀਏ ਕਿ ਨਹੀਂ ਮਾਇਆ ਪੂਰੇ। ਵੱਡੇ ਵਡੇਰੇ ਕਰਕੇ ਥੱਕ ਗਏ ਨੇ ਕਿ ਮਾਇਆ ਦੇ ਕੰਮ ਪੂਰੇ ਕਰਕੇ ਗਏ ਨਹੀਂ। ਜੇ ਦੁਨੀਆ ਤੋਂ ਗਏ ਉਸ ਦਿਨ ਵੀ ਉਹਨਾਂ ਕਿਹਾ ਪੂਰਾ ਨਹੀਂ ਹੋ ਸਕਿਆ, ਰਹਿ ਗਿਆ, ਇੰਨਾ ਕੁਝ ਬਣਾਉਣਾ ਸੀ ਨਹੀਂ ਬਣਿਆ, ਕੰਮ ਨਹੀਂ ਪੂਰੇ ਹੋਏ ਦੁਨੀਆ ਤੇ ਕਿਸੇ ਦੇ, ਨਾ ਹੋਣੇ ਨੇ। ਇੱਛਾਵਾਂ ਕਦੇ ਰੁਕਦੀਆਂ ਨਹੀਂ, ਇੱਛਾਵਾਂ ਤੇ ਬਹਿੰਦੀਆਂ ਰਹਿੰਦੀਆਂ ਨੇ। ਜਿਵੇਂ ਇੱਕ ਨਦੀ ਤੁਰਦੀ ਹੈ ਹਿਮਾਲਿਆ ਪਰਬਤ ਤੋਂ, ਰੁਕਦਾ ਕਿਤੇ ਉਹਦਾ ਪਾਣੀ ਨਹੀਂ ਰੁਕਦਾ, ਤੁਰਦਾ ਹੈ। ਇਹ ਜਿਹੜੀ ਇੱਛਾਵਾਂ ਨੇ ਇਹ ਨਦੀ ਜਿਵੇਂ ਨੇ, ਤੁਰਦੀਆਂ ਰਹਿਣਗੀਆਂ ਨੇ, ਤੁਰਦੇ ਰਹਾਂਗੇ, ਚੱਲਦੀਆਂ ਰਹਿਣਗੀਆਂ। ਪਰ ਮਨੁੱਖ 5-5 ਮਿੰਟ ਗੁਰੂ ਦੀ ਸੰਗਤ ਵਿੱਚ ਵੀ ਬਹਿ, ਸੰਗਤ 'ਚ ਬਹਿ ਕੇ ਇਸ ਨੂੰ ਸ਼ਰਧਾ ਲੱਗਦੀ ਹੈ, ਪਰਮੇਸ਼ਰ ਬਾਰੇ ਪਤਾ ਲੱਗਦਾ ਹੈ, ਜ਼ਿੰਦਗੀ ਦੇ ਮਨੋਰਥ ਦਾ ਪਤਾ ਲੱਗਦਾ ਹੈ, ਜ਼ਿੰਦਗੀ ਕੀ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਆਪਣੇ ਪ੍ਰਭੂ ਦੀ ਯਾਦ ਤੋਂ ਬਿਨਾ ਉਹ ਨਾ ਰਹੇ, ਉਸ ਨੂੰ ਹੀ ਭਗਤ ਜੋਗ ਦੇ ਵਿੱਚ ਲੱਗਿਆ ਮੰਨਿਆ ਜਾਂਦਾ ਹੈ। ਜੋ ਤਿਸ ਪਤ ਕੀ ਬਾਤ ਸੁਣਾਵੇ ਸੇਵਾ ਕਰਹਿ ਪ੍ਰੇਮ ਕੋ ਲਾਵੇ। ਜਿਹਨੂੰ ਮਹਾਰਾਜ ਬਾਣੀ 'ਚ ਕਹਿੰਦੇ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਜੇ ਕੋਈ ਪਰਮੇਸ਼ਰ ਦੀ ਗੱਲ ਸੁਣਾਏ, ਉਹਦੇ ਕੋਲ ਜਾ ਕੇ ਬੈਠੇ, ਜੇ ਕੋਈ ਪਰਮੇਸ਼ਰ ਦੀ ਸਿਫਤ ਸਲਾਹ ਕਰੇ, ਭਗਤ ਦਾ ਫਰਜ਼ ਹੀ ਇਹ ਹੈ। ਜਿਹੜੀ ਭਗਤੀ ਹੈ ਉਹਦਾ ਦੂਜਾ ਹੈ ਵੀ ਸਤ ਸੰਗਤ ਕਰਨੀ, ਤਾਂ ਭਗਤੀ ਸੰਪੂਰਨ ਹੁੰਦੀ ਹੈ। ਜੇ ਕੋਈ ਪਰਮੇਸ਼ਰ ਦੀ ਗੱਲ ਸੁਣਾਏ, ਬਾਤ ਸੁਣਾਏ, ਉਹਦੇ ਕੋਲ ਜਾ ਕੇ ਬੈਠਣਾ ਚਾਹੀਦਾ ਹੈ। ਪਤ ਪਰਮੇਸ਼ਰ ਪ੍ਰੇਮ ਪਛਾਨੈ ਮਿਲਹਿ ਪ੍ਰਿਆ ਸੋ ਰਲੀਆਂ ਮਾਨੈ। ਜੇ ਇੰਨੇ ਯਤਨ ਉਹ ਮਨੁੱਖ ਕਰਦਾ ਰਹੇਗਾ, ਇੱਕ ਦਿਨ ਪਰਮੇਸ਼ਰ ਉਹਨੂੰ ਪਛਾਣ ਲਏਗਾ। ਕਿਉਂ? ਪਰਮੇਸ਼ਰ ਵੀ ਕਹੇਗਾ ਵੀ ਇਹ ਮੇਰੇ ਵਿਯੋਗ ਦੇ ਵਿੱਚ ਬੜਾ ਵਿਆਕੁਲ ਹੈ। ਇਹ ਤੇ ਜਿਵੇਂ ਆਪਾਂ ਅਰਦਾਸ ਕਰਦੇ ਹਾਂ, ਜਿਸ ਦਿਨ ਅਰਦਾਸ ਕਿਤੇ ਹੰਝੂਆਂ ਅਥਰੂਆਂ ਨਾਲ ਨਿਕਲੇ, ਪਰਮੇਸ਼ਰ ਵੀ ਕਹੇਗਾ ਬਾਹਲਾ ਹੀ ਦੁਖੀ ਜਾਪਦਾ, ਇਹਦਾ ਕੋਈ ਕਰੋ ਉਪਾਏ। ਜਿਸ ਦਿਨ ਗੁਰੂ ਦੇ ਆ ਕੇ ਅੱਗੇ, ਗੁਰੂ ਵੀ ਵੇਖਦਾ ਹੈ, ਗੁਰੂ ਜਾਣਦਾ ਸਭ, ਅੰਤਰਜਾਮੀ ਪੁਰਖ ਵਿਧਾਤੇ, ਅੰਤਰਜਾਮੀ ਹੈ ਗੁਰੂ, ਸਾਰਾ ਕੁਝ ਹੀ ਜਾਣਦਾ ਹੈ। ਮੈਂ ਕਈ ਵਾਰੀ ਆਪ ਜੀ ਨੂੰ ਬੇਨਤੀ ਕਰਦਾ ਹੁੰਨਾ, ਸ਼ਬਦਾਂ ਦੇ ਨਾਲ ਦੁਨੀਆ ਠੱਗੀ ਜਾ ਸਕਦੀ ਹੈ, ਗੁਰੂ ਨਹੀਂ। ਗੁਰੂ ਦੇ ਅੱਗੇ ਤੇ ਜਿਸ ਦਿਨ ਮਨੁੱਖ ਪੂਰਾ ਸਰੈਂਡਰ ਕਰ ਦਿੰਦਾ ਹੈ, ਕਹਿੰਦਾ ਮਹਾਰਾਜ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਾਹਿਬ। ਇਹ ਸਾਹਿਬ ਜੀ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਇੱਥੇ, ਤੇਰੇ ਤੋਂ ਬਿਨਾ ਮੈਨੂੰ ਸ਼ਕਤੀ ਦੇਣ ਵਾਲਾ ਕੋਈ ਨਹੀਂ। ਜਿਸ ਦਿਨ ਐਸੀ ਭਾਵਨਾ ਬਣਾ ਕੇ ਮਨੁੱਖ ਗੁਰੂ ਦੇ ਦੁਆਰੇ ਆਉਂਦਾ ਹੈ, ਮਹਾਰਾਜ ਕਹਿੰਦੇ ਨੇ ਉਸ ਦਿਨ ਪਰਮੇਸ਼ਰ ਵੀ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਪਹਿਲਾਂ ਜਨ ਬਣਨਾ ਪੈਂਦਾ ਹੈ, ਉਸ ਦਿਨ ਫਿਰ ਜਨਾਂ ਦੀ ਅਰਦਾਸ ਨਹੀਂ ਜਾਂਦੀ। ਬਾਣੀ ਤੇ ਕਹਿੰਦੀ ਇੱਕ 60 ਬਚਨ ਅਟਲਾਦਾ, ਉਹ ਜਨ ਤੇ ਕਿਸੇ ਹੋਰ ਦਾ ਵੀ ਬਚਨ ਕਰ ਦੇਣ, ਉਹ ਵੀ ਬਿਰਥਾ ਨਹੀਂ ਜਾਂਦਾ। ਉਹ ਕਰਦੇ ਹੀ ਬੜੀ ਮੁਸ਼ਕਿਲ ਨੇ, ਉਹ ਗੱਲ ਵੱਖਰੀ ਹੈ।
अपनी मौज च ही उन्हें करना है, करना परमेश्वर के हुक्म विच ही है। इस करके साहब जी इत्थे कहिंदे ने मनुख अपनी जिंदगी दे विच परमेश्वर के द्वारे आउंदा है, परमेश्वर ते पूर्ण श्रद्धा रखे, वो भगत योग दे विच तुरिया रहिंदा है। तिनके बस हुए फिरे पिछारी, इम हर भगत लेहो और धारी। जेड़े परमेश्वर की इन्नी बंदगी करते ने उहदे बिना रह नहीं सकते, 2 मिनट भी सवास उहदे तो बिना नहीं लेंदे, कहते फिर परमेश्वर उन्हां दे पीछे पीछे फिरदा है। जिन्हों कबीर साहब बाणी च कहते ने पाछे लागो हर फिरो कहत कबीर कबीर, हुण ते रब साडे पीछे लग्या फिरदा है। कोई टाइम हुंदा है भगत नूं रब पीछे लगना पैंदा है। जिन्हों भगत रविदास जी कहते ने जो तुम हम बांधे मोह फास, हम प्रेम बंधन तुम बांधे, अपने छूटन को जतन करो तुम, हम कहते हम छूटे तुम आराधे। कहते परमात्मा हुण तू अपने छुटन का जतन कर, असी तो छुट गए हाँ, असी तो तू सानू बन्निया सी मोह दे नाल, असी नाम जपिया असी छुट गए, असी तेनू हुण प्रेम दीयां डोरियां पा लईआं ने, रब्बा हुण तू छड्डण दा जतन कर, साडे तो नहीं छुट सकदा तू। जिस दिन मनुख दा परमेश्वर दे नाल प्रेम बन जाता है, कहंदे परमेश्वर फिर उस दे पीछे पीछे फिरिया रहिंदा है। सुन सतगुर के बाप सुहाए, तीनों भगत भये सुख पाए। गुरु अंगद साहब जी दे ए ऐसे बचन सुन के 3 सिख महाराज कोल आए, तिन्ने जने गुरु साहब जी दियां ये गल्लां सुन के, ये बातां सुन के बड़े प्रेम विच आ गए हन। सत संगत की सेवा लागे, प्रेम परमेश्वर को मन जागे। वो तिन्ने दे तिन्ने सत संगत की सेवा विच लग गए, मन दे विच उन्हां दे प्रेम जाग पिया। रोज़ रोज़ संगत च आउंदे ने, तिन्ने जने संगत दे नाल बड़े बैठ के गुरु की संगत दे विच बैठदे हन। मल्लू साई अधिक सारे, श्री अंगद के रहे दुआरे। मल्लू शाही ये जिन्ने भी सिख सन, ये साहब श्री गुरु अंगद पातशाह महाराज जी के द्वारे ते रहे। श्री गुरु रामदास डिग रहे, कर सिक्खी को शुभ गत लहै। ये फिर सिख अगे चल के गुरु अमरदास जी के कोल भी रहे अते सिੱਖੀ दे प्रेम विच बझे रहिंदे सन। इनसो मिले अपर सिख होए, सतगुर जस को हृदय परोए। ये इड्डे वड्डे सिख बने, इन्हां नूं मिल मिल के होर भी बड़े सिख बन गए, क्योंकि असल दे विच प्रचार की है सिੱਖੀ दा, सिख दा अपना जीवन ही प्रचार है, होर कोई प्रचार नहीं। अपना जीवन दसदा है, जिवें परमेश्वर दे राह ते कोई नाम जप रहा है, जिस दिन वो खुश होएगा, जिवें भाई जोध गुरु अंगद साहब जी की हट्टी सी ते भाई जोध सौदा लैण लई गया। ये तवारीख दे विच आउंदी है साखी, कहंदे उहदे घर गरीबी इन्नी सी, एक दिन रोटी पकदी सी ते कहंदे भाई लहणा जी बहुता पाउण लगे उहनूं सौदा, भी चल गरीब है होर पा दे थोड़ा जा। पाउण लगे, कहंदा ना भाई ज़्यादा ना पाई। कहंदे क्यों? मेरे गुरु का उपदेश है किसी का हक नहीं खाना। कहंदे तेरे घर गरीबी बड़ी है। कहंदा गरीबी का की होया, गुरु के बचन नहीं टालने, गरीबी मारी जावांगे, होर तो कुछ नहीं, गुरु के बचन नहीं छड्डने। मेरे सौदे च ना फालतू पाई भाई, अपना अपने कोल रख। कहते ऐसी दृढ़ता भाई जोध दी, भाई जोध के मुखों गुरबाणी सुन के इन्ने संतोखी सन। गुरु भाई लहणा जी के हिरदे अंदर प्यार जागया, मैं भी गुरु का सिख बना। ये साडा जीवन दसदा है सिੱਖੀ। सिੱਖੀ शब्दों का जाल नहीं है, सिੱਖੀ कमाउणी पैंदी है। जिवें भाई मंझ जी गुरु अर्जन साहब जी के कोल गए, लकड़ां बाहर कड्डियां, बाहर बेनती करते महाराज किरपा करो सिੱਖੀ की दात बख्शो। गुरु साहब जी कहते भाई मंझ सिੱਖੀ बख्शनी की भाई, सिੱਖੀ तू कमा लई है। भलिया सिੱਖੀ कमाउण दी है, सिੱਖੀ बख्शण दी नहीं है। सिੱਖੀ कमाउणी पैंदी है जिंदगी तां सिख बनया जाता है, बारों बारों नहीं। सिੱਖੀ दे गुरु दे रूलों ते तुरना पैंदा है, गुरु दे दसे नियमां दी भगती करनी पैंदी है, तां सिੱਖੀ प्राप्त होंदी है। सिੱਖੀ कोई बच्चों का खेड थोड़ी ना है, इहनूं बाणी कहिंदी है। महाराज कहते खन्ने तिखी
ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਜਵਾਕਾਂ ਦਾ ਖੇਡ ਨਹੀਂ। ਸਿੱਖੀ ਕਮਾਉਣ ਵਾਸਤੇ ਪਾਣੀ ਦੇ ਵਿੱਚ ਆਉਂਦਾ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਾਲ ਜਿੰਨਾ ਸਿੱਖੀ ਕਮਾਈ, ਖਲੋਗੇ ਜਾ ਕੇ ਆਰਿਆਂ ਦੇ ਵਿੱਚ, ਕਹਿੰਦੇ ਭਾਈ ਛੱਡ ਦਿਓ ਗੁਰੂ ਤੇਗ ਬਹਾਦਰ ਨੂੰ। ਨਹੀਂ, ਬਸ ਇੱਕ ਹੀ ਖਵਾਇਸ਼ ਹੈ, ਹੁਣ ਮਾਰਨ ਜੇ ਲੱਗੇ ਹੋ ਮੁੱਖ ਗੁਰੂ ਤੇਗ ਬਹਾਦਰ ਵੱਲ ਰੱਖਿਓ, ਬਸ ਹੋਰ ਕੁਝ ਨਹੀਂ ਚਾਹੀਦਾ। ਇਹ ਸਿੱਖੀ ਹੈ। ਜਿਨ੍ਹਾਂ ਅੰਦਰੋਂ ਸਿੱਖੀ ਕਮਾਈ ਉਹਨਾਂ ਦੀ ਐਸੀ ਭਾਵਨਾ ਬਣ ਗਈ ਕਿ ਗੁਰੂ ਤੇਗ ਬਹਾਦਰ ਉੱਤੇ ਬਖਸ਼ਿਸ਼ ਨਹੀਂ ਕਰੇਗਾ, ਜਿਹਦੀ ਏਡੀ ਵੱਡੀ ਭਾਵਨਾ ਹੈ। ਜਿਹੜੇ ਗੁਰੂ ਤੇਗ ਬਹਾਦਰ ਦੇ ਪਿੱਛੇ ਸਭ ਕੁਝ ਆਪਣਾ ਵਾਰਨ ਨੂੰ ਫਿਰਦੇ ਹੋਣ, ਉੱਤੇ ਕਿਰਪਾ ਨਹੀਂ। ਮੈਂ ਕਈ ਵਾਰੀ ਬੇਨਤੀ ਕੀਤੀ ਹੈ, ਇਹ ਉਹ ਦਰ ਹੈ, ਇਹ ਗਵਾਹੀ ਭਰਦਾ ਸਿੱਖੀ ਦੀ। ਭਾਈ ਦੇਵਾ ਰਾਮ ਜਿਹਦੀ ਇਹ ਝੋਪੜੀ ਸੀ ਤੇ ਉਹ ਪਰਾਂ ਮਹਿਲ ਸੀ, ਅੱਜ ਵੀ ਹੈ। ਇੱਟਾਂ ਡਿੱਗ ਗਈਆਂ ਨੇ ਉਹਦੀਆਂ, ਉਹ ਡਿੱਗੀ ਜਾ ਰਿਹਾ ਹੈ, ਬਣੀ ਜਾ ਰਿਹਾ ਹੈ। ਪ੍ਰੇਮ ਪਤਾ ਸੀ ਭਾਈ ਦੇਵਾ ਰਾਮ ਨੂੰ, ਜੇ ਰਾਜੇ ਨੂੰ ਪਤਾ ਲੱਗ ਗਿਆ ਬੱਚੇ ਪੀੜ ਦੇਗਾ, ਪਤਾ ਹੈ। ਹਦਾਇਤ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਰੱਖਣ ਦੀ, ਧੜ ਦਾ ਸੰਸਕਾਰ ਕਰਨ ਦੀ ਹਦਾਇਤ ਨਹੀਂ ਸੀ, ਪਤਾ ਸੀ। ਪਰ ਅਗਲੇ ਨੇ ਫਿਰ ਵੀ ਰਾਤ ਨੂੰ ਕੱਪੜਾ ਬੰਨ੍ਹ ਕੇ ਅਤਰੌੜੀ ਦੀ ਧਰਤੀ 'ਤੇ ਰਾਤ ਨੂੰ ਚੋਰ ਕੀਤਾ ਮੇਰੇ ਪਾਤਸ਼ਾਹ ਦੇ ਸੀਸ 'ਤੇ। ਉਹਦੇ ਚੌਰ ਕੀਤੇ ਨੇ। ਅੱਜ ਜੁਗੋ ਜੁਗ ਅਟੱਲ ਹੋ ਗਿਆ ਤਰੌੜੀ। ਜਦੋਂ ਤਾਈਂ ਦੁਨੀਆ ਰਹੇਗੀ ਇਹਦਾ ਨਾਮ ਜ਼ਰੂਰ ਰਹੇਗਾ, ਜਦੋਂ ਤਾਈਂ ਰਹੇਗੀ। ਕਿਉਂ? ਕਿਉਂਕਿ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ। ਨਾਲ ਦੇ ਬਣੇ ਕਿਲੇ ਉਹ ਢਈ ਜਾ ਰਹੇ ਨੇ, ਰੋਜ਼ ਰੋਜ਼ ਇੱਟਾਂ ਡਿੱਗ ਰਹੀਆਂ ਨੇ, ਇੱਧਰ ਲੱਗ ਰਹੀਆਂ ਨੇ ਰੋਜ਼ ਰੋਜ਼। ਉੱਥੋਂ ਸੋਨੇ ਲੈ ਗਏ ਨੇ, ਇੱਥੇ ਲੱਗ ਰਹੇ ਨੇ। ਸਮਾਂ ਆਏਗਾ ਲੱਗਦੇ ਰਹਿਣਗੇ। ਇਹ ਕਦੀ ਵੇਖਣਾ, ਇੱਥੇ ਬਣੀ ਜਾ ਰਿਹਾ ਕੰਮ, ਉੱਥੇ ਢਈ ਜਾ ਰਿਹਾ ਹੈ। ਇਹਨੂੰ ਕਹਿੰਦੇ ਨੇ, ਇਹ ਜੁਗਾ ਜੁਗਾ ਤੇ ਪਰਮੇਸ਼ਰ ਦੇ ਭਗਤਾਂ ਦੀ ਮਹਿਮਾ ਬਣੀ ਰਹਿੰਦੀ ਹੈ। ਬੜੇ ਭਾਗ ਜਿਨ ਕੇ ਜਗ ਜਾਗੇ, ਗੁਰ ਮਿਲ ਪ੍ਰਭੂ ਪ੍ਰੇਮ ਮਹਿ ਪਾਗੇ। ਜਿਨ੍ਹਾਂ ਦੇ ਭਾਗ ਵੱਡੇ ਬਣ ਜਾਂਦੇ ਨੇ ਉਹ ਗੁਰੂ ਦੇ ਪ੍ਰੇਮ ਵਿੱਚ ਭਿੱਜਦੇ ਨੇ। ਬਾਣੀ ਤਾਂ ਹੀ ਕਹਿੰਦੀ ਹੈ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਵੱਡੇ ਭਾਗ ਜਿਸ ਦਿਨ ਬਣਨ ਉਸ ਦਿਨ ਗੁਰੂ ਨੂੰ ਮਿਲਿਆ ਜਾਂਦਾ ਹੈ। ਵੱਡੇ ਭਾਗ ਬਣਨ, ਬਾਣੀ ਕਹਿੰਦੀ ਉਸ ਦਿਨ ਗੁਰੂ ਦੀ ਵਿਚਾਰ ਸੁਣੀ ਜਾਂਦੀ ਹੈ। ਵੱਡੇ ਭਾਗ ਹੋ ਜਾਣ ਉਸ ਦਿਨ ਗੁਰੂ ਦੀ ਵਿਚਾਰ 'ਤੇ ਤੁਰਿਆ ਜਾਂਦਾ। ਵੱਡੇ ਭਾਗਾਂ ਤੋਂ ਬਿਨਾਂ ਨਹੀਂ। ਇਹ ਗੁਰੂ ਮਿਹਰ ਕਰੇ। ਮਹਾਰਾਜ ਬਾਣੀ 'ਚ ਕਹਿੰਦੇ ਨੇ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਜਿਸ ਦਿਨ ਪਰਮੇਸ਼ਰ ਤਰਸ ਕੱਸਦਾ ਹੈ ਉਸ ਦਿਨ ਗੁਰੂ 'ਤੇ ਸ਼ਰਧਾ ਵੱਜਦੀ ਹੈ। ਗੁਰੂ ਨੂੰ ਤਾਂ ਦੁਨੀਆ ਮਿਲਦੀ ਹੈ ਰੋਜ਼, ਸ਼ਰਧਾ ਦਾ ਵੱਜਣਾ। ਜਿਸ ਦਿਨ ਗੁਰੂ 'ਤੇ ਸ਼ਰਧਾ ਵੱਜਦੀ ਹੈ ਉਹ ਜਿਸ ਦਿਨ ਪਰਮੇਸ਼ਰ ਦੀ ਕਿਰਪਾ ਹੋਏ ਉਸ ਦਿਨ, ਤੇ ਕਿਰਪਾ ਹੁੰਦੀ ਹੈ ਉਹਦਾ ਨਾਮ ਜਪ ਜਪ ਕੇ, ਉਹਦੇ ਅੱਗੇ ਬੇਨਤੀਆਂ ਕਰ ਕਰਕੇ। ਬੇਨਤੀ ਸੁਣਦਾ ਹੈ। ਕਬੀਰ ਸਾਹਿਬ ਨੇ ਤੇ ਬਾਣੀ ਵਿੱਚ ਵੀ ਕਿਹਾ ਹੈ, ਕਹਿੰਦੇ ਰੋਜ਼ ਰੋਜ਼ ਤੂੰ ਬੋਲੀ ਜਾ ਮਨਾ, ਇੱਕ ਦਿਨ ਐਸਾ ਆਏਗਾ ਪਰਮੇਸ਼ਰ ਤੈਨੂੰ ਰੱਖ ਲਏਗਾ, ਜ਼ਰੂਰ ਰੱਖੇਗਾ। ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬਹੂ ਕੇ ਸੁਨੇ ਪੁਕਾਰ। ਦਿਨ ਰਾਤ ਰੱਬ ਰੱਬ ਕਹਿੰਦਾ ਰਹੇ ਮਨਾ, ਇੱਕ ਦਿਨ ਆਏਗਾ ਰੱਬ ਤੇਰੀ ਆਵਾਜ਼ ਨੂੰ ਸੁਣੇਗਾ ਜ਼ਰੂਰ। ਰੋਜ਼ ਰੋਜ਼ ਬੇਨਤੀ ਕਰਦਾ ਰਹੇ, ਇੱਕ ਦਿਨ ਐਸਾ ਆਏਗਾ ਪਰਮਾਤਮਾ ਦੇ ਦਰ 'ਤੇ ਤੇਰੀ ਅਰਦਾਸ ਕਬੂਲ ਜ਼ਰੂਰ ਹੋ ਜਾਏਗੀ। ਦੋਹਰਾ ਏਕ ਬੇਰ ਸ੍ਰੀ ਗੁਰ ਗਏ, ਗ੍ਰਾਮ ਹਰੀ ਕੇ ਥਾਨ। ਇੱਕ ਦਿਨ ਮਹਾਰਾਜ ਜੀ ਮੁਕਤਸਰ ਦੇ ਕੋਲ ਪਿੰਡ ਹੈ ਹਰੀ ਕੇ ਸਾਹਿਬ ਜੀ, ਉੱਥੇ ਚਲੇ ਗਏ ਹਨ। ਪ੍ਰੀਤਮ ਬਾਸ ਤਾਹੇ ਕੁਛ ਪਿਓ, ਪਹੁੰਚੇ ਮੇਲੀ ਜਾਨ। ਗੁਰੂ ਜੀ ਨੇ ਕੁਛ ਸਮਾਂ ਹਰੀ ਕੇ ਰਹੇ ਸਨ ਮਹਾਰਾਜ, ਇਸ ਕਰਕੇ ਜਿਹੜੇ ਉਹਨਾਂ ਦੇ ਮੇਲੀ ਸਨ ਉਹਨਾਂ ਨੂੰ ਮਿਲਣ ਵਾਸਤੇ ਮਹਾਰਾਜ ਖਡੂਰ ਸਾਹਿਬ ਤੋਂ ਹਰੀ ਕੇ ਜਾ ਰਹੇ ਹਨ। ਚੌਪਈ ਡੇਰਾ ਕਰਿਓ ਬ੍ਰਾਹਮ ਤਿਸ ਜਾਏ, ਜਿਨ ਕੇ ਸੰਗ ਸਿੱਖ ਸਮੁਦਾਏ। ਮਹਾਰਾਜ ਜੀ ਦੇ ਨਾਲ ਹੋਰ ਵੀ ਬੜੇ ਸਿੱਖ ਨੇ। ਸਾਹਿਬ ਜੀ ਨੇ ਜਾ ਕੇ ਹਰੀ ਕੇ ਪਿੰਡ ਵਿੱਚ ਡੇਰਾ ਕੀਤਾ ਹੈ। ਸੁਣ ਸੁਣ ਮਹਿਮਾ ਨਰ ਬਿਸਮਾਏ, ਸ੍ਰੀ ਨਾਨਕ ਦਾਤੀ ਇਨ ਪਾਏ। ਜਿੰਨੇ ਵੀ ਨਰ ਨਾਰੀਆਂ ਸਨ ਹਰੀ ਕੇ ਪਿੰਡ ਦੇ, ਸਾਰੇ ਸੁਣ ਸੁਣ ਕੇ ਬੜੇ ਖੁਸ਼ ਹੁੰਦੇ ਨੇ ਕਿ ਸਾਡੇ ਕੋਲ ਹੀ ਪਹਿਲਾਂ ਰਹੇ ਨੇ, ਅੱਜ ਇਹਨਾਂ ਨੂੰ ਗੱਦੀ ਮਿਲ ਗਈ ਹੈ, ਅੱਜ ਬੜੇ ਵੱਡੇ ਬਣ ਗਏ ਹਨ। ਮੇਲੀ ਉੱਤੇ ਮਿਲੇ ਸਭ ਆਏ, ਕਰ ਬੰਧਨ ਬੈਠੇ ਸਮੁਦਾਏ। ਜਿੰਨੇ ਵੀ ਮੇਲੀ ਸਨ ਸਾਰੇ ਦੇ ਸਾਰੇ ਮਿਲ ਕੇ ਆਏ, ਇਕੱਠੇ ਹੋ ਕੇ ਆਏ।
ਮਹਾਰਾਜ ਜੀ ਨੂੰ ਨਮਸਕਾਰਾਂ ਕਰਕੇ ਗੁਰੂ ਦੀ ਸੰਗਤ ਵਿੱਚ ਬੈਠ ਰਹੇ ਹਨ। ਉਤੇ ਹਰੀ ਕੇ ਤਹ ਸਰਦਾਰਾ ਤਿਨ ਭੀ ਸੁਣ ਕਰ ਸੁਜਸ ਉਧਾਰਾ। ਉਸੇ ਪਿੰਡ ਦੇ ਵਿੱਚ ਨਾ ਇੱਕ ਬੜਾ ਵੱਡਾ ਚੌਧਰੀ ਰਹਿੰਦਾ ਸੀ, ਸਰਦਾਰ ਸੀ ਪਿੰਡ ਦਾ। ਉਹਨੇ ਵੀ ਗੁਰੂ ਸਾਹਿਬ ਜੀ ਦਾ ਇਹ ਮਹਾਨ ਜਸ ਸੁਣਿਆ ਹੈ। ਕਰਾਮਾਤ ਸਾਹਿਬ ਗੁਰ ਭਏ ਪੂਰਬ ਬਸਤ ਹੁਤੇ ਜੋ ਗਏ। ਕਹਿਣ ਲੱਗਾ ਇਹ ਗੁਰੂ ਸਾਹਿਬ ਤੇ ਬੜੇ ਵੱਡੇ ਕਰਾਮਾਤੀ ਬਣ ਗਏ ਨੇ, ਇਹਨਾਂ ਵਿੱਚ ਹੁਣ ਬੜੀ ਸ਼ਕਤੀ ਆ ਗਈ ਹੈ। ਇਹ ਕਰੀ ਗੁਰੂ ਅੰਗਦ ਦੇਵ ਜੀ ਕਦੀ ਸਾਡੇ ਪਿੰਡ ਹੀ ਰਿਹਾ ਕਰਦੇ ਸਨ। ਮਿਲਨ ਹੇਤੂ ਸੋ ਭੀ ਚੱਲ ਆਇਓ ਸੁਤ ਹੇਤ ਮਾਨਵ ਪ੍ਰਥਮ ਪਠਾਇਓ। ਉਹ ਵੀ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਆਇਆ ਅਤੇ ਪਹਿਲਾਂ ਹੀ ਇੱਕ ਮਨੁੱਖ ਨੂੰ ਭੇਜਿਆ ਵੀ ਜਾ ਕੇ ਕਹੋ ਵੀ ਫਲਾਣਾ ਚੌਧਰੀ ਆਪ ਜੀ ਨੂੰ ਮਿਲਣ ਲਈ ਆ ਰਿਹਾ ਹੈ। ਸ੍ਰੀ ਅੰਗਦ ਤਿਨ ਕੀ ਗਤ ਜਾਨੀ ਅਧਿਕ ਪਦਾਰਥ ਤੇ ਵੱਡ ਮਾਨੀ। ਮਹਾਰਾਜ ਜੀ ਨੇ ਸਮਝ ਲਿਆ ਵੀ ਜਿਹਨੇ ਪਹਿਲਾਂ ਬੰਦਾ ਭੇਜਿਆ ਨਾ ਵੀ ਜਾਓ, ਇਹਦਾ ਮਤਲਬ ਇਹ ਅਭਿਮਾਨੀ ਹੈ ਪਦਾਰਥਾਂ ਕਰਕੇ, ਤਾਂ ਹੀ ਭੇਜਿਆ। ਨਹੀਂ ਗੁਰੂ ਦੇ ਦਰ ਤੇ ਆਪ ਆਈਦਾ ਕਿ ਕਿਸੇ ਨੂੰ ਭੇਜੀਦਾ ਵੀ ਜਾਓ। ਕਈ ਵਾਰੀ ਅੱਜ ਵੀ ਵੇਖਿਆ ਗਿਆ ਹੈ ਵੀ ਮਾੜਾ ਮੋਟਾ ਕੋਈ ਛੋਟਾ ਮੋਟਾ ਲੀਡਰ ਬਣ ਜਾਏ ਪਹਿਲਾਂ ਫੋਨ ਕਰਦਾ ਰਹਿੰਦਾ, ਅਸੀਂ ਆ ਰਹੇ ਹਾਂ ਜੀ ਤਿਆਰੀ ਰੱਖੋ। ਆਉਣਾ ਹੈ ਤੇ ਆ ਜਾ, ਤਿਆਰੀ ਤੇਰੀ ਕਾਹਦੀ ਰੱਖਣੀ ਹੈ? ਇਹ ਤੇ ਗੁਰਦੁਆਰੇ ਤਿਆਰੀਆਂ ਕੀਤੀਆਂ ਜਾਣਗੀਆਂ, ਆਓ ਮੱਥਾ ਟੇਕੋ ਤੇ ਜਾਓ। ਇੱਥੇ ਤੇ ਅਕਬਰ ਵੀ ਆਉਂਦਾ ਹੈ ਤੇ ਗੁਰੂ ਘਰ ਵਿੱਚ ਲੰਗਰ ਛਾ ਕੇ ਆਪਣੇ ਘਰ ਜਾਂਦਾ ਹੈ। ਇੱਥੇ ਕੋਈ ਮਾਣ ਥੋੜੀ ਨਾ ਕਿਸੇ ਦਾ, ਪਰ ਮਾੜਾ ਮੋਟਾ ਕਿਸੇ ਨੂੰ ਕੋਈ ਤਾਕਤ ਲੱਭ ਜਾਏ ਮਾੜੀ ਮੋਟੀ, ਉਹਦਾ ਫਿਰ ਮਾਣ ਬੜਾ ਤਕੜਾ ਬਣ ਜਾਂਦਾ ਵੀ ਮੇਰੇ ਤੋਂ ਵੱਡਾ ਕੌਣ ਹੈ ਹੁਣ ਇੱਥੇ। ਗੁਰੂ ਜੀ ਜਾਣਗੇ ਵੀ ਅਭਿਮਾਨੀ ਬਣ ਗਿਆ। ਇਸ ਕਰਕੇ ਪਹਿਲਾ ਬੰਦਾ ਤਾਂ ਹੀ ਭੇਜਿਆ ਵੀ ਜਾ ਕੇ ਤਿਆਰੀ ਕਰੋ ਵੀ ਮੈਂ ਆਪ ਜੀ ਦੇ ਦਰਬਾਰ ਵਿੱਚ ਆ ਰਿਹਾ ਹਾਂ। ਜਾਂ ਤੇ ਏਕ ਪੰਘੂਰਾ ਲਿਆਇਓ ਤਿਸ ਬੈਠਣ ਕੇ ਹੇਤ ਦਸਾਵੋ। ਮਹਾਰਾਜ ਜੀ ਨੇ ਕਿਹਾ ਵੀ ਉਹਨੇ ਥੱਲੇ ਤੇ ਬਹਿਣਾ ਨਹੀਂ, ਫਿਰ ਵੀ ਇੱਕ ਪੰਘੂੜਾ ਲੈ ਆਓ, ਛੋਟੀ ਪੀੜੀ ਜਿਹਨੂੰ ਕਿਹਾ ਜਾਂਦਾ ਹੈ, ਉਹ ਵਿਛਾ ਦਿਓ ਸੰਗਤ ਵਿੱਚ। ਚਲੋ ਥੱਲੇ ਨਾ ਬਹੇਗਾ ਵੀ ਅਹੰਕਾਰ ਹੀ ਹੈ, ਕੋਈ ਗੱਲ ਨਹੀਂ, ਫਿਰ ਵੀ ਆ ਪੀੜੀ ਤੇ ਬੈਠ ਜਾਏਗਾ। ਦਾਸ ਆਨ ਤਤਕਾਲ ਬਿਛਾਵਾ ਇਤਨੇ ਮਹਿ ਚੱਲ ਕਰ ਸੋ ਆਵਾ। ਇੱਕ ਸਿੱਖ ਨੇ ਆ ਕੇ ਪੀੜੀ ਵਿਛਾ ਦਿੱਤੀ ਵੀ ਚਲੋ ਇੱਥੇ ਬਹਿ ਜਾਏਗਾ, ਤੇ ਇੰਨੀ ਦੇਰ ਦੇ ਵਿੱਚ ਹੀ ਉਹ ਚੌਧਰੀ ਵੀ ਆ ਗਿਆ ਹੈ। ਕੇਤਕ ਸੰਗ ਲੋਕ ਤਹ ਆਏ ਸਭ ਦੇਖ ਕੈ ਸੀਸ ਨਿਵਾਏ। ਇੰਨੇ ਵਿੱਚ ਹੋਰ ਵੀ ਆ ਗਿਆ, ਹੋਰ ਵੀ ਜਨਤਾ ਉਹਦੇ ਨਾਲ ਬਹੁਤ ਜ਼ਿਆਦਾ ਆਈ ਹੈ। ਤਿੰਨ ਮਹਿ ਮਾਨੀ ਜੋ ਸਰਦਾਰ ਨਹੀਂ ਪੰਘੂਰੇ ਦਿਸ ਪੱਗ ਧਾਰ। ਉਹਨਾਂ ਦੇ ਵਿੱਚ ਜਿਹੜਾ ਅਭਿਮਾਨੀ ਸਰਦਾਰ ਸੀ ਨਾ ਉਹ ਚੌਧਰੀ, ਉਹਨੇ ਪੰਘੂੜੇ ਵੱਲ ਵੇਖਿਆ ਵੀ ਨਾ ਵੀ ਮੈਂ ਇਹਦੇ ਤੇ ਬਹਿਣਾ, ਤੇ ਸਿੱਧਾ ਸਿੱਧਾ ਗੁਰੂ ਜੀ ਕੋਲ ਹੀ ਆ ਗਿਆ ਹੈ। ਸ੍ਰੀ ਗੁਰ ਤਰੇ ਪਰਯੰਕ ਨਿਹਾਰਾ ਤਰੇ ਨਾ ਬੈਠਿਓ ਇਮ ਜੇ ਧਾਰਾ। ਗੁਰੂ ਸਾਹਿਬ ਜੀ ਕੋਲ ਆ ਰਿਹਾ, ਮਹਾਰਾਜ ਨੇ ਇਸ਼ਾਰਾ ਕੀਤਾ ਵੀ ਉੱਧਰ ਬਹਿ ਜਾਓ, ਵੇਖਿਆ ਨਾ ਉੱਧਰ, ਸਿੱਧੇ ਰਾ ਸਿੱਧਾ ਬਿਨਾਂ ਵੇਖੇ ਗੁਰੂ ਜੀ ਦੇ ਤਖਤ ਵੱਲ ਹੀ ਆ ਗਿਆ ਹੈ। ਜਾਏ ਸਿਰਾਣੇ ਕੀ ਦਿਸ ਬੈਠਾ ਸਰਦਾਰੀ ਕੇ ਮਾਨ ਅਮੈਠਾ। ਐਡਾ ਦਿਮਾਗ ਉਹਦਾ ਖਰਾਬ ਹੋ ਗਿਆ ਮਾਣ ਦੇ ਵਿੱਚ, ਕਿਉਂਕਿ ਅਸਲ ਦੇ ਵਿੱਚ ਜਦੋਂ ਕੁਝ ਆ ਜਾਏ ਮਨੁੱਖ ਦਾ ਮਨ ਵੈਸੇ ਹੀ ਖਰਾਬ ਹੋ ਜਾਂਦਾ ਹੈ। ਮਾਣ ਦੀ ਚੀਜ਼ ਹੀ ਐਸੀ ਹੈ, ਜਿਵੇਂ ਕਿਹਾ ਜਾਂਦਾ ਹੈ ਕਿਸੇ ਦੇ ਕੋਲ ਕੋਈ ਸ਼ਕਤੀ ਆ ਜਾਏ, ਕਿਉਂਕਿ ਰਾਜ ਖਪਾਉਣੇ ਕੋਈ ਛੋਟੇ ਬੰਦਿਆਂ ਦੀ ਗੱਲ ਨਹੀਂ, ਵੱਡੇ ਵੱਡੇ ਮਨੁੱਖ ਹੋਣ। ਆਮ ਤੇ ਇੱਥੇ ਕਿਸੇ ਕਮਰੇ ਦੀ ਚਾਬੀ ਮਨੁੱਖ ਨੂੰ ਮਿਲ ਜਾਏ ਉਹ ਹੀ ਨਹੀਂ ਚਲੀ ਜਾਂਦੀ। ਕਹਿੰਦੇ ਚੇਅਰਮੈਨੀ ਤੇ ਆਮ ਪਿੰਡ ਦੇ ਵਿੱਚ ਕਿਸੇ ਨੂੰ ਹੋਰ ਹੀ ਮਿਲ ਜਾਏ ਉਹਦੀ ਹੀ ਨਹੀਂ ਮਾਣ ਜਾਂਦਾ, ਤੇ ਇਹ ਤੇ ਫਿਰ ਸਰਦਾਰ ਹੈ। ਆਪਣੀ ਚੇਅਰਮੈਨੀ ਦਾ ਇਹ ਸਰਦਾਰ ਏਡਾ ਵੱਡਾ ਹੈ, ਏਡੇ ਤਕੜੇ ਉਹਦੇ ਵਿੱਚ ਆਇਆ, ਆ ਕੇ ਗੁਰੂ ਜੀ ਦੇ ਸਰਾਣੇ ਬੈਠ ਗਿਆ। ਮਹਾਰਾਜ ਬੈਠੇ ਨੇ, ਮਹਾਰਾਜ ਨੇ ਸੋਚਿਆ ਚਲੋ ਪੀੜੀ ਤੇ ਬਹਿ ਜਾਏਗਾ, ਆ ਕੇ ਮਹਾਰਾਜ ਜੀ ਦੇ ਸਰਾਣੇ ਵੱਲ ਬੈਠ ਗਿਆ ਹੈ। ਮੂਰਖ ਨਹਿ ਜਾਣੈ ਵਡਿਆਈ ਮੈਂ ਸਰਦਾਰ ਲਖੇ ਘਰ ਭਾਈ। ਮੂਰਖ ਸੀ, ਜਾਣਦਾ ਨਹੀਂ ਸੀ ਵਡਿਆਈ ਗੁਰੂ ਦੀ, ਇਹ ਸਮਝਦਾ ਨਹੀਂ ਸੀ ਗੁਰੂ ਕੌਣ ਹੈ। ਆਪਣੇ ਮਾਨ ਦੇ ਗਰਭ ਵਿੱਚ ਹੀ, ਆਪਣੇ ਹੰਕਾਰ ਵਿੱਚ ਹੀ, ਤਾਂ ਹੀ ਤੇ ਬਾਣੀ ਦੇ ਵਿੱਚ ਆਉਂਦਾ ਹੈ ਦੇ ਕਬੀਰ ਸਾਧ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਈ। ਜਿਸ ਦਿਨ ਵੀ ਗੁਰਦੁਆਰੇ ਗੁਰੂ ਦੇ ਕੋਲ ਜਾਈਏ, ਆਪਣੀ ਦੁਨੀਆ ਦੀ ਮਾਨ ਪ੍ਰਤਿਸ਼ਠਾ ਇੱਜ਼ਤ ਸਾਰੀ ਬਾਹਰ ਹੀ ਛੱਡ ਕੇ ਆਈ, ਨਾਲ ਨਾ ਲੈ ਕੇ ਆਈਏ, ਕਿਉਂਕਿ ਇਹਨਾਂ ਦਾ ਗੁਰਦੁਆਰੇ ਕੋਈ ਕੰਮ ਨਹੀਂ। ਸਾਡੇ ਪੈਸੇ ਦਾ ਜੋ ਵੀ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਉਹਦਾ ਗੁਰੂ ਦੇ ਸਾਹਮਣੇ ਉਹਦੀ ਕੋਈ ਵੈਲਿਊ ਨਹੀਂ। ਗੁਰੂ ਇਹਨਾਂ ਚੀਜ਼ਾਂ ਕਰਕੇ ਨਹੀਂ ਰਿੱਝਣ ਲੱਗਾ,
ਇਹ ਚੀਜ਼ਾਂ ਜਿਹੜੀਆਂ ਨੇ ਇਹ ਦੁਨੀਆ ਨੂੰ ਤੇ ਰਿਝਾ ਸਕਦੀਆਂ ਨੇ, ਗੁਰੂ ਨੂੰ ਨਹੀਂ। ਗੁਰੂ ਥੋੜੀ ਨਾ ਖੁਸ਼ ਹੋਏਗਾ। ਇਹ ਗੁਰੂ ਨੂੰ ਲਾਲਚ ਥੋੜੀ ਨਾ ਵੀ ਆਏਗਾ ਤੇ ਮੈਨੂੰ ਕੁਝ ਦੇ ਕੇ ਜਾਏਗਾ। ਉਹਨੂੰ ਤਾਂ ਪਤਾ ਇੱਥੋਂ ਹੀ ਲਿਆ ਸਭ ਕੁਝ, ਤੇ ਰੱਬ ਦੇ ਦੁਆਰੇ ਤੋਂ ਹੀ ਮਿਲਦਾ ਸਭ ਕੁਝ। ਤੇ ਗੁਰੂ ਨੂੰ ਕਿਹੜਾ ਲਾਲਚ ਹੈ ਕਿਸੇ ਤੋਂ? ਕੋਈ ਲਾਲਚ ਨਹੀਂ। ਪਰ ਗਰਵਾਈ ਸੀ, ਲਾਲਚ ਬੜਾ, ਉਹ ਆਪਣੇ ਮਨ ਦੇ ਵਿੱਚ ਘਮੰਡ ਬੜਾ ਸੀ ਉਹਦੇ। ਇਸ ਕਰਕੇ ਆ ਕੇ ਮਹਾਰਾਜ ਜੀ ਦੇ ਸਰਾਣੇ ਵੱਲ ਬੈਠਾ ਹੋਇਆ ਹੈ। ਸ੍ਰੀ ਗੁਰ ਪਿਪਤੂਸਨ ਕੀ ਠਾਨੀ, ਮੇਰੀ ਜਾਨ ਨਾ ਕਛੂ ਬਖਾਨੀ। ਮਹਾਰਾਜ ਜੀ ਚੁੱਪ ਕਰਕੇ ਬੈਠੇ ਰਹੇ, ਸੋਚਦੇ ਨੇ ਮੇਲੀ ਹੈ, ਕੋਈ ਗੱਲ ਨਹੀਂ, ਨਾਲ ਰਿਹਾ ਹੈ। ਇਸ ਕਰਕੇ ਸਾਹਿਬ ਜੀ ਚੁੱਪ ਹੀ ਕਰਕੇ ਬੈਠੇ ਹੋਏ ਹਨ। ਬੈਠ ਘਰੀ ਕਰ ਗਮਨਿਓ ਮੂਡ, ਮਹਿਮਾ ਲਖੀ ਨਾ ਗੁਣ ਗਨ ਗੂਡ। ਥੋੜੀ ਦੇਰ ਬੈਠ ਕੇ ਚਲਾ ਗਿਆ, ਪਰ ਕਿੰਨਾ ਇੰਨਾ ਮੂਡ ਸੀ ਜਿਨੇ ਗੁਣਾ ਦੀ ਖਾਨ, ਗੁਣਾ ਦੇ ਸਾਗਰ ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਨਹੀਂ ਜਾਣੀ ਹੈ। ਪੀਛੇ ਸਿੱਖਿਅਨ ਗੁਰ ਸੰਗ ਕਹਿਓ, ਇਹ ਤੋ ਅਤ ਮੂਰਖ ਹੀ ਲਹਿਓ। ਪਿੱਛੋਂ ਸਿੱਖ ਕਹਿੰਦੇ ਮਹਾਰਾਜ ਇਹ ਤੇ ਬੜਾ ਵੱਡਾ ਮੂਰਖ ਹੈ, ਇਹਨੂੰ ਤੇ ਪਤਾ ਹੀ ਕੁਛ ਨਹੀਂ ਵੀ ਦੁਨੀਆ ਦੇ ਵਿੱਚ ਆਦਰ ਕੀ ਹੈ, ਸਤਿਕਾਰ ਕੀ ਹੈ, ਵੱਡਾ ਕੀ ਹੈ, ਛੋਟਾ ਕੀ, ਇਹਨੂੰ ਤਾਂ ਪਤਾ ਹੀ ਕੁਛ ਨਹੀਂ। ਏਡਾ ਮਾਣ, ਇਸ ਮਾਣ ਦੇ ਵਿੱਚ ਇਸ ਨੂੰ ਕੀ ਪ੍ਰਾਪਤ ਹੋਏਗਾ? ਉਚਿਤ ਅਵਨ ਪਰ ਬੈਠਣ ਈਹਾਂ, ਪੁੰਨ ਨਾ ਭੰਗੂਰੇ ਕੀ ਦਿਸ ਲਹਾਂ। ਸਾਰੇ ਸਿੱਖ ਕਹਿੰਦੇ ਮਹਾਰਾਜ ਚੰਗਾ ਤੇ ਇਹ ਸੀ, ਪਹਿਲਾਂ ਉਹ ਧਰਤੀ ਤੇ ਹੀ ਬੈਠਦਾ, ਸੰਗਤ 'ਚ ਬੈਠਦਾ। ਪਰ ਜੇ ਫਿਰ ਵੀ ਚੰਗਾ ਨਹੀਂ ਤੇ ਚਲੋ ਪੀੜੀ ਤੇ ਬੈਠ ਜਾਂਦਾ, ਇਹ ਤੇ ਸਿੱਧਾ ਹੀ ਆਪ ਦੇ ਸਰਾਣੇ ਬੈਠ ਗਿਆ। ਇਹ ਇਸ ਨੇ ਚੰਗਾ ਨਹੀਂ ਕੀਤਾ ਹੈ। ਬਰਜਤ ਜਾਏ ਸਿਰਾਨੇ, ਬੈਠਿਓ ਕਛ ਨਾ ਅਦਬ ਜਾਣੇ। ਮਹਾਰਾਜ ਸਾਡੇ ਵਰਜਦਿਆਂ ਜਾ ਕੇ ਸਰਾਣੇ ਬੈਠ ਗਿਆ। ਹੁਣ ਗੁਰੂ ਜੀ ਦੱਸਣਗੇ ਉਹਨਾਂ ਹੁਣ ਬਣੇਗਾ ਕੀ। ਮਹਾਰਾਜ ਸਾਡੇ ਵਰਜਦਿਆਂ ਬੜਾ ਉਹਨੂੰ ਡੱਕਿਆ, ਭਾਈ ਸਰਾਣੇ ਨਹੀਂ ਬਈਦਾ। ਗੁਰੂ ਪੀਰ ਦੇ ਅਜਮਤ ਵਾਲੇ ਹੁੰਦੇ ਨੇ, ਇਹਨਾਂ ਦੇ ਤੇ ਨਮਸਕਾਰੀ ਕਰਨੀ ਚਾਹੀਦੀ ਹੈ ਦੂਰੋਂ ਹੀ, ਇਹਨਾਂ ਦੇ ਨਹੀਂ ਨੇੜੇ ਲੱਗਣਾ ਚਾਹੀਦਾ। ਕਹਿੰਦੇ ਪਰ ਤੂੰ, ਉਹ ਮਹਾਰਾਜ ਸਾਡੇ ਵਰਜਦਿਆਂ ਆਪ ਜੀ ਦੇ ਸਰਾਣੇ ਤੇ ਬੈਠ ਗਿਆ ਹੈ। ਸੁਨ ਸ੍ਰੀ ਅੰਗਦ ਸਹਿਜ ਸੁਭਾਏ, ਬਾਪ ਬਖਾਨਿਓ ਸਭ ਨ ਸੁਨਾਏ। ਮੇਰੇ ਮਹਾਰਾਜ ਸਹਿ ਸੁਭਾਏ ਬੈਠੇ ਸਨ। ਹੁਣ ਸਹਿ ਸੁਭਾਏ ਇੱਕ ਵਾਕ ਨਿਕਲਿਆ, ਹੁਣ ਇਹ ਤੀਰ ਚੱਲੇਗਾ। ਵਾਕ ਨਿਕਲਿਆ ਸਹਿ ਸਾਧੂ ਬੋਲੇ, ਸਹਿ ਸੁਭਾਏ ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਮਹਾਰਾਜ ਜੀ ਨੇ ਸਹਿਜ ਸੁਭਾਏ ਇੱਕ ਵਾਕ ਕਿਹਾ ਹੈ। ਪਲੰਗ ਪੰਗੂਰਾ ਕਛੂ ਨਾ ਰਹਿਓ, ਅਬ ਤੇ ਇਨ ਕੋ ਸਭ ਕੁਛ ਦਹਿਓ। ਪਰਮਾਤਮਾ ਹੀ ਕਢਾਉਂਦਾ ਹੈ ਮੁਖ ਦੇ। ਮਹਾਰਾਜ ਕਹਿੰਦੇ ਨਾ ਪਲੰਗ ਰਹਿਣਗੇ ਨਾ ਪੰਗੂੜੇ ਰਹਿਣਗੇ, ਸਭ ਕੁਝ ਹੀ ਸਾੜਦੇ ਨੇ। ਸਿੱਖੋ, ਜਦੋਂ ਮਾਣ ਦੀ ਸੀਮਾ ਵੱਧ ਜਾਂਦੀ ਹੈ ਫਿਰ ਪਰਮਾਤਮਾ ਨੂੰ ਉਹਨੂੰ ਸਾੜਨਾ ਪੈਂਦਾ ਹੈ। ਹਰਨਾਕਸ਼ ਦਾ ਵਧਿਆ ਹੋਇਆ ਮਾਣ ਪਰਮੇਸ਼ਰ ਨੂੰ, ਹਰਨਾਕਸ਼ ਨੂੰ ਨਖਾਂ ਨਾਲ ਪਾੜਨਾ ਪਿਆ। ਕਿਉਂਕਿ ਜਿਸ ਦਿਨ ਇਹ ਵੱਧ ਜਾਂਦਾ ਹੈ, ਜਿਵੇਂ ਜਿਸ ਦਿਨ ਕਹਿੰਦੇ ਇੱਕ ਵਾਰੀ ਮਹਾਭਾਰਤ ਦੀ ਜੰਗ ਦੇ ਵਿੱਚ ਅਰਜੁਨ ਦੇ ਵਿੱਚ ਅਭਿਮਾਨ ਆ ਗਿਆ। ਅਰਜੁਨ ਦੇ ਵਿੱਚ ਅਭਿਮਾਨ ਆਇਆ ਵੀ ਮੈਂ ਏਡਾ ਧਨੁਸ਼ਧਾਰੀ, ਤਾਂ ਹੀ ਤੇ ਕ੍ਰਿਸ਼ਨ ਜੀ ਮੇਰੇ ਸਾਰਥੀ ਨੇ। ਤੇ ਕ੍ਰਿਸ਼ਨ ਜੀ ਨੇ ਸੋਚਿਆ ਵੀ ਇਹਦੀ ਡਿਗਰੀ ਜਿਹੜੀ ਮਾਣ ਵਾਲੀ ਵੱਧ ਗਈ ਹੈ, ਇਹਨੂੰ ਢਿੱਲਾ ਕਰਨਾ ਚਾਹੀਦਾ। ਕਹਿੰਦੇ ਇੱਕ ਦਿਨ ਜੰਗਲ ਦੇ ਵਿੱਚ ਗਏ, ਜੰਗਲ ਵਿੱਚ ਜਾ ਕੇ ਵੇਖਦੇ ਕੀ ਨੇ, ਕਹਿੰਦੇ ਉਹਨੂੰ ਕਿਹਾ, ਰੱਥ ਚੱਲ ਰਿਹਾ ਸੀ ਬੜੀ ਜ਼ੋਰ ਦੇ ਨਾਲ, ਰੱਥ ਵੱਜਿਆ, ਜਾ ਕੇ ਵੱਜਣ ਦੇ ਨਾਲ ਰੱਥ ਪਲਟ ਗਿਆ, ਕ੍ਰਿਸ਼ਨ ਜੀ ਡਿੱਗ ਗਏ। ਅਰਜੁਨ ਨੂੰ ਕਹਿੰਦੇ ਅਰਜੁਨ ਤੂੰ ਐਸਾ ਕਰ, ਜਾ ਕੇ ਨਾ ਜੰਗਲ 'ਚੋਂ ਪਾਣੀ ਲਿਆ, ਮੈਨੂੰ ਤਰੇ ਬੜੀ ਲੱਗ ਗਈ। ਗਿਆ, ਜਾ ਕੇ ਕੀ ਵੇਖਦਾ ਹੈ, ਕਹਿੰਦੇ ਪਹਿਲਾਂ ਗੱਲ ਵੀ ਇਹ ਬਣੀ, ਕਹਿੰਦੇ ਅਸਲ ਦੇ ਵਿੱਚ ਕ੍ਰਿਸ਼ਨ ਜੀ ਰੱਥ ਨੂੰ ਸਾਫ਼ ਕਰ ਰਹੇ ਸਨ। ਤੇ ਅਰਜੁਨ ਕਹਿੰਦਾ ਵੀ ਜਿਹੜੀ ਹੁਣ ਆ ਜਿਹੜੇ ਘੋੜਿਆਂ ਦੀ ਮਲ ਮੂਤਰ ਇਹ ਵੀ ਤੁਸੀਂ ਚੁੱਕ ਦਿਆ ਕਰੋ, ਕੋਈ ਐਸੀ ਗੱਲ ਨਹੀਂ ਹੈ। ਅਰਜੁਨ ਨੇ ਮਹਿਮਾ ਭੁੱਲ ਗਿਆ ਤੇ ਕਹਿੰਦੇ ਅੱਗੇ ਜਾ ਕੇ ਇੱਕ ਝੌਂਪੜੀ 'ਚ ਗਿਆ, ਉੱਥੇ ਇੱਕ ਬੀਬੀ ਬੈਠੀ ਹੈ ਬੁੱਢੀ, ਅੱਖਾਂ ਤੇ ਉਹਦੇ ਚਿੱਟੇ ਵਾਲ ਨੇ। ਤੇ ਅਰਜੁਨ ਕਿਹਾ ਜਾ ਕੇ, ਕਹਿੰਦਾ ਬਈ ਕ੍ਰਿਸ਼ਨ ਜੀ ਡਿੱਗ ਗਏ ਨੇ, ਉੱਥੇ ਮੇਰੇ ਸਾਰਥੀ ਨੇ, ਉਹਨਾਂ ਨੂੰ ਪਾਣੀ ਚਾਹੀਦਾ। ਤੇ ਵੇਖਦੇ ਨੇ ਉੱਥੇ ਧਨੁਸ਼ ਟੰਗਿਆ ਬੜਾ ਵੱਡਾ, ਤੇ ਇੱਕ ਤਲਵਾਰ ਟੰਗੀ ਹੈ। ਬੀਬੀ ਨੂੰ ਕਹਿੰਦੇ ਬੀਬੀ ਹੈ ਤੇ ਤੂੰ ਵੱਡੀ, ਤੇ ਆਹ ਤਲਵਾਰਾਂ ਕੌਣ ਚਲਾਉਂਦਾ? ਕਹਿੰਦੇ ਮੈਂ ਚਲਾਉਂਦੀ ਹਾਂ। ਕਹਿੰਦੇ ਰੱਖਿਆ ਕਾਹਦੇ ਵਾਸਤੇ? ਕਹਿੰਦੇ ਤੀਰ ਇੱਕ ਰੱਖਿਆ ਹੈ, ਇੱਕ ਨਾ ਅਰਜੁਨ ਨਾਮ ਦਾ ਹੈ ਬੰਦਾ, ਉਹ ਕ੍ਰਿਸ਼ਨ ਜੀ ਦੇ ਅੱਗੇ ਕ੍ਰਿਸ਼ਨ ਜੀ ਤੋਂ ਘੋੜੇ ਸਾਫ਼ ਕਰਾਉਂਦਾ ਹੈ, ਇਹ ਕੰਮ ਕਰਦਾ, ਉਹਦੇ ਵਾਸਤੇ ਰੱਖਿਆ।
ਕਹਿੰਦੇ ਅੱਛਾ, ਕਹਿੰਦੇ ਆ ਮੈਨੂੰ ਵਿਖਾ ਮਾੜੀ ਜੀ ਕਿਰਪਾਨ, ਮੈਂ ਕੱਢ ਕੇ ਵੇਖਾਂ। ਕੱਢ ਕੇ ਬੜਾ ਜ਼ੋਰ ਲਾਇਆ, ਮਿਆਨ ਚੋਂ ਕਿਰਪਾਨ ਹੀ ਨਾ ਨਿਕਲੇ। ਕਹਿੰਦੇ ਬੀਬੀ ਨੂੰ ਕਹਿੰਦਾ, ਬੀਬੀ ਲੱਗਦਾ ਇਹ ਨਿਕਲਦੀ ਨਹੀਂ। ਕਹਿੰਦਾ ਨਿਕਲਦੀ ਤੇ ਹੈ, ਇਹ ਯੋਧਿਆਂ ਦਾ ਕੰਮ ਹੈ, ਤੇਰੇ ਵਰਗਿਆਂ ਦਾ ਨਹੀਂ। ਉਹ ਬੀਬੀ ਨੇ ਬੁੱਢੜੀ ਸੀ, ਉਹਨੇ ਨਾਲ ਹੀ ਕੱਢੀ ਤੇ ਜਿਵੇਂ ਮੱਖਣ ਦੇ ਵਿੱਚੋਂ ਵਾਲ ਨਿਕਲਦਾ, ਕਿਰਪਾਨ ਬਾਹਰ ਕੱਢ ਲਈ। ਅਰਜੁਨ ਨਾਲ ਹੀ ਭੱਜਿਆ ਵੀ ਕਿਤੇ ਮੈਨੂੰ ਵੱਢ ਨਾ ਦੇ। ਹੁਣ ਭੱਜਿਆ ਭੱਜਿਆ ਕ੍ਰਿਸ਼ਨ ਜੀ ਦੇ ਕੋਲ ਗਿਆ। ਕ੍ਰਿਸ਼ਨ ਜੀ ਅੱਗੋਂ ਹੱਸਦੇ ਨੇ, ਕਹਿੰਦੇ ਆ ਗਏ? ਕਹਿੰਦੇ ਹਾਂਜੀ। ਕਹਿੰਦੇ ਹੋਇਆ ਕੋਈ ਡਿਗਰੀ ਢਿੱਲੀ ਥੋੜ੍ਹੀ ਜਿਹੀ? ਕਹਿੰਦੇ ਅਰਜੁਨ ਇਹ ਤੇਰੇ ਤੇ ਕਿਰਪਾ ਹੀ ਹੈ, ਤੇਰੇ ਤੋਂ ਰੱਬ ਤੀਰ ਚਲਵਾਉਂਦਾ ਹੈ। ਜਿਸ ਦਿਨ ਕਿਰਪਾ ਖਿੱਚਦਾ ਹੈ ਇਹ ਤੀਰ ਟੁੱਟ ਜਾਂਦੇ ਨੇ। ਇਹਦੇ ਰੱਬ ਦੀ ਕਿਰਪਾ ਹੋਏ ਤੇ ਬਣ ਚੱਲਦੇ ਨੇ। ਇਹ ਰੱਬ ਦੀ ਕਿਰਪਾ ਹੋਏ ਤੇ ਕੋਈ ਗੁਣ ਮਨੁੱਖ ਵਿੱਚ ਰਹਿੰਦਾ। ਜਿਸ ਦਿਨ ਕਿਰਪਾ ਉਹ ਖਿੱਚ ਲੈਂਦਾ ਹੈ, ਸਭ ਕੁਝ ਹੀ ਲੈ ਜਾਂਦਾ ਵਾਹ ਕੇ। ਇਹੀ ਗੱਲ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਸਿੱਖੋ ਮਹਾਰਾਜ ਸਹਿ ਸਵਾਏ, ਸ਼ਰਾਪ ਨਹੀਂ ਦੇ ਰਹੇ, ਸਹਿ ਸਵਾਏ ਜੋ ਵਾਕ, ਕਿਉਂਕਿ ਜੋ ਕੁਝ ਵੀ ਸਾਧੂ ਬੋਲਦਾ ਪਰਮੇਸ਼ਰ ਦੇ ਹੁਕਮ 'ਚ ਬੋਲਦਾ ਹੈ। ਕਹਿੰਦੇ ਭਾਈ ਹੁਣ ਨਾ ਪੀੜ੍ਹੀ ਰਹਿਣੀ ਹੈ, ਨਾ ਭੰਗੂੜਾ ਰਹਿਣਾ ਹੈ, ਇਹ ਸਾਰਾ ਕੁਝ ਹੀ ਚਲਾ ਜਾਣਾ ਹੈ। ਕਰਨ ਬੇਅਦਬੀ ਬੜ ਅਨਕੇਰੀ, ਨਾਸ਼ ਦੇਤ ਕਰ ਬੁਢਹਿ ਵਡੇਰੀ। ਕਹਿੰਦੇ ਜਿਹੜੇ ਮਨੁੱਖ ਫਿਰ ਵੱਡਿਆਂ ਦੀ ਬੇਇੱਜ਼ਤੀ ਕਰਨ ਲੱਗ ਜਾਣ, ਕਹਿੰਦੇ ਸਮਝੋ ਉਸ ਦਾ ਅੰਤ ਆਇਆ ਹੀ ਖਲੋਤਾ ਹੈ। ਬੜਨ ਕੋ ਨਨ ਥਾਨੈ ਸਨਮਾਨਾ, ਸੋ ਜਾਨੋ ਇਹ ਹੋਏ ਮਹਾਨਾ। ਕਹਿੰਦੇ ਜਿਹੜੇ ਵੱਡਿਆਂ ਦਾ ਸਨਮਾਨ ਕਰਦੇ ਨੇ ਉਹ ਮਹਾਨ ਬਣ ਜਾਂਦੇ ਨੇ। ਜਿਹੜੇ ਗੁਰੂ ਦੇ ਸਾਹਮਣੇ ਝੁਕਦੇ ਨੇ, ਗੁਰੂ ਤੋਂ ਕੁਝ ਪ੍ਰਾਪਤ ਕਰਨਾ ਹੈ ਤੇ ਨੀਵਾਂ ਹੋ ਕੇ, ਉੱਚਾ ਹੋ ਕੇ ਇੱਥੋਂ ਕੀ ਮਿਲੇਗਾ? ਕੁਝ ਵੀ ਨਹੀਂ। ਇਹ ਜੇ ਦੁਨੀਆ ਨੂੰ ਵਿਖਾਉਣ ਵਾਸਤੇ ਇੱਥੇ ਕੁਝ ਕਰਕੇ ਆਉਂਦਾ ਹੈ ਗੁਰੂ ਦੇ ਦੁਆਰੇ, ਇੱਥੋਂ ਕੀ ਮਿਲੇਗਾ? ਕੁਝ ਵੀ ਨਹੀਂ। ਖਾਲੀ ਆਏਗਾ, ਖਾਲੀ ਚਲਾ ਜਾਏਗਾ। ਇੱਥੇ ਤੇ ਜੋ ਕੁਝ ਮਿਲਣਾ ਹੈ ਝੁਕ ਕੇ ਮਿਲਣਾ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਤੇ ਨੀਵਾਂ ਹੋ ਕੇ ਮਿਲਦਾ ਜੋ ਕੁਝ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਮਨੁੱਖ ਵੱਡਿਆਂ ਦੇ ਸਾਹਮਣੇ ਝੁਕ ਜਾਂਦੇ ਹਨ ਉਹਨਾਂ ਨੂੰ ਕੁਝ ਪ੍ਰਾਪਤ ਹੋ ਜਾਂਦਾ ਹੈ। ਤਦ ਤੇ ਘਟਤ ਘਟਤ ਘਟ ਗਏ, ਨਹਿ ਉਕਸੇ ਸੋ ਬਿਨਾਸੀ ਭਏ। ਉਸ ਦਿਨ ਤੋਂ ਫਿਰ ਉਸ ਦਾ ਪਰਿਵਾਰ ਘਟਦਾ ਧਨ ਘਟਦਾ ਹੀ ਚਲਾ ਗਿਆ। ਕਿਉਂਕਿ ਜਿਸ ਦਿਨ ਮਨੁੱਖ ਕਿਸੇ ਗੁਰੂ ਪੀਰ ਦੇ ਨਾਲ ਪੰਗਾ ਲੈ ਬੈਠਦਾ ਹੈ, ਫਿਰ ਉਸ ਦਾ ਅੰਤ ਜਿਹੜਾ ਹੈ ਉਹ ਨਿਸ਼ਚਿਤ ਹੈ, ਘਟਦਾ ਹੀ ਹੈ। ਉਸ ਦਾ ਪ੍ਰਤਾਪ, ਉਹ ਚੌਧਰੀ ਦਾ ਦਿਨ ਪ੍ਰਤੀ ਦਿਨ ਘਟਦਾ ਹੀ ਚਲਾ ਗਿਆ। ਇਸ ਪ੍ਰਕਾਰ ਗੁਰ ਫੇਰਾ ਪਾਏ, ਬਹੁਰ ਖਡੂਰ ਬਿਰਾਜੇ ਆਏ। ਐਵੇਂ ਮਹਾਰਾਜ ਜੀ ਖਡੂਰ ਸਾਹਿਬ ਵਿੱਚ ਫੇਰਾ ਹਰੀ ਕੇ ਫੇਰਾ ਪਾ ਕੇ ਮਹਾਰਾਜ ਜੀ ਖਡੂਰ ਸਾਹਿਬ ਵਿੱਚ ਆ ਗਏ ਹਨ। ਸ੍ਰੀ ਅੰਗਦ ਨਿਤ ਬੇਪਰਵਾਹ, ਨੀਰ ਕਮਲ ਸਮ ਲੇਪ ਨਾ ਕਾਹਾ। ਮਹਾਰਾਜ ਜੀ ਸਾਰਾ ਦਿਨ ਬੇਪਰਵਾਹੀ 'ਚ ਰਹਿੰਦੇ ਨੇ। ਜਿਵੇਂ ਕਮਲ ਨੂੰ ਪਾਣੀ ਦੇ ਵਿੱਚ ਕੁਝ ਵੀ ਲੇਪ ਨਹੀਂ ਹੁੰਦਾ, ਐਵੇਂ ਬੇਪਰਵਾਹੀ ਵਿੱਚ ਸਾਹਿਬ ਜੀ ਰਹਿੰਦੇ ਹਨ। ਬੁਰੀ ਭਲੀ ਕਛ ਸੁਨੇ ਨਾ ਕਹੈ, ਆਪਣੇ ਪਰਚੇ ਮਹਿ ਨਿਤ ਰਹੈ। ਨਾ ਕਿਸੇ ਨੂੰ ਆਪਣੇ ਕੋਲ ਕਿਸੇ ਦਾ ਬੁਰੀ ਗੱਲ ਕਰਨ ਦਿੰਦੇ ਨੇ, ਨਾ ਚੰਗੀ। ਕਹਿੰਦੇ ਨਾ ਭਾਈ ਸਾਡੇ ਕੋਲ ਨਹੀਂ ਕਰਨੀ। ਨਾ ਕਿਸੇ ਦੀ ਉਹਨਾਂ ਦੀ ਸੰਗਤ ਦੇ ਵਿੱਚ ਨਾ ਕੋਈ ਬੁਰੀ ਗੱਲ ਕਰਦਾ, ਨਾ ਭਲੀ ਕਰਦਾ। ਮਹਾਰਾਜ ਆਪਣੇ ਹੀ ਪਰਚੇ ਵਿੱਚ ਸਾਰਾ ਦਿਨ ਰਹਿੰਦੇ ਹਨ। ਆਸ਼ਰਮ ਬਰਨ ਰੀਤ ਜੋ ਧਰਹੀ, ਸੋ ਗੁਰ ਸੰਗਤ ਕੋ ਨਹਿ ਕਰਹੀ। ਪਹਿਲਾਂ ਇੱਕ ਹੋਰ ਵੀ ਸਾਡੇ ਦੇਸ਼ ਵਿੱਚ ਚੱਲਦਾ ਸੀ, ਕਿਉਂਕਿ ਜਿਹੜੇ ਵਰਣ ਆਸ਼ਰਮ ਦੇ ਹਿਸਾਬ ਨਾਲ ਦੁਨੀਆ ਚੱਲਦੀ ਹੁੰਦੀ ਸੀ। ਜਿਹੜੇ ਲੋਕ ਨੀਵੇਂ ਕਰਮ ਕਰਦੇ ਸੀ, ਸ਼ੂਦਰ ਦਾ, ਜਿਨ੍ਹਾਂ ਦਾ ਕੰਮ ਧੰਦਾ ਥੋੜ੍ਹਾ ਵੱਡਾ ਨਹੀਂ ਸੀ ਹੁੰਦਾ, ਛੋਟਾ ਹੁੰਦਾ ਸੀ, ਉਹ ਜਿਹੜੇ ਵੱਡੇ ਲੋਕ ਸਨ ਉਹਨਾਂ ਦੇ ਬਰਾਬਰ 'ਚ ਨਹੀਂ ਸੀ ਬੈਠਦੇ। ਇਹ ਕਰਮ ਇੱਥੇ ਚੱਲਦਾ ਸੀ। ਫਿਰ ਗੁਰੂ ਸਾਹਿਬ ਜੀ ਨੇ ਹਦਾਇਤ ਕੀਤੀ, ਸੰਗਤ ਦੇ ਵਿੱਚ ਸਾਰੇ ਇੱਕ ਹੀ ਦਰੀ 'ਤੇ ਬੈਠਣਗੇ, ਕੋਈ ਉੱਚਾ ਨੀਵਾਂ ਨਹੀਂ। ਸਾਰਿਆਂ ਨੂੰ, ਸਭ ਨੂੰ ਸੰਗਤ ਦੇ ਵਿੱਚ ਬੈਠਣ ਦਾ ਬਰਾਬਰ ਅਧਿਕਾਰ ਹੈ। ਇੱਕ ਸਮਾਨ ਆਸ਼ਰਮ ਔਰ ਧਰਮ, ਸ੍ਰੀ ਗੁਰ ਕੇ ਇਨ ਤੇ ਨਿਹ ਭਰਮ। ਆਸ਼ਰਮ ਤੇ ਧਰਮ ਗੁਰੂ ਦੇ ਵਾਸਤੇ ਇੱਕ ਸਮਾਨ ਨੇ। ਗੁਰੂ ਨੇ ਇਸ ਕਰਕੇ ਸਾਰਿਆਂ ਨੂੰ ਨਿਹ ਭਰਮ ਕਰ ਦਿੱਤਾ ਹੈ। ਮਾਟੀ ਕੇ ਬਾਸਨ ਕੋ ਦੇਖ, ਮਿਲਹਿ ਨਾ ਕਰਮ ਜੋ ਕਰਤ ਵਿਸੇਖ। ਜਿਹੜੇ ਕਰਮਕਾਂਡੀ ਮਨੁੱਖ ਸਨ, ਮਿੱਟੀ ਦੇ ਬਰਤਨ ਹੁੰਦੇ ਸਨ, ਉਹ ਖਾਂਦੇ ਨਹੀਂ ਸੀ ਉਹਨਾਂ ਵਿੱਚ। ਉਹ ਸੋਚਦੇ ਸੀ ਇਹਨਾਂ ਵਿੱਚ ਸ਼ੂਦਰ ਖਾਂਦੇ ਨੇ, ਅਸੀਂ ਕਿਉਂ ਖਾਈਏ। ਜਿਵੇਂ ਆਪਣੇ ਤੇ ਥਾਲੀਆਂ ਨੇ, ਜੇ ਕੋਈ ਮਨੁੱਖ ਵਿਚਾਰ ਕਰੇ ਇਹਦੇ ਉੱਤੇ ਫਲਾਣਾ ਛਕ ਗਿਆ, ਮੈਂ ਕਿਉਂ ਛਕਾਂ। ਐਸੇ ਵੀ ਹੁੰਦੇ ਨੇ ਕਈ।
ਪਰ ਮਹਾਰਾਜ ਜੀ ਨੇ ਭਰਮ ਤੋਂ ਕੱਢਿਆ, ਕਹਿੰਦੇ ਨਹੀਂ ਭਾਈ ਸਾਰੇ ਇੱਕ ਸਮਾਨ ਨੇ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕ ਨੂਰ ਤੋਂ ਸਾਰਾ ਕੁਝ ਪੈਦਾ ਹੋਇਆ। ਇੱਥੇ ਨਾ ਕੋਈ ਚੰਗਾ ਹੈ ਤੇ ਨਾ ਕੋਈ ਮਾੜਾ ਹੈ। ਪ੍ਰੇਮ ਭਗਤ ਪਰਮੇਸ਼ਰ ਕੇਰੀ ਉਪਦੇਸੈ ਇਹ ਮੁਖਿਆ ਵਡੇਰੀ। ਮਹਾਰਾਜ ਤੇ ਜਿਹੜਾ ਵੀ ਜੀਵ ਉਹਨਾਂ ਦੇ ਕੋਲ ਆਉਂਦਾ ਇੱਕ ਹੀ ਉਪਦੇਸ਼ ਕਰਦੇ ਨੇ, ਭਾਈ ਪਰਮੇਸ਼ਰ ਦੀ ਭਗਤੀ ਕਰੋ, ਪਰਮੇਸ਼ਰ ਦਾ ਨਾਮ ਜਪੋ। ਇਹੀ ਮੁਖਿਆ ਉਪਦੇਸ਼ ਗੁਰੂ ਜੀ ਆਏ ਹੋਏ ਸਿੱਖਾਂ ਨੂੰ ਦਿੰਦੇ ਹਨ। ਲੋਕ ਵੇਦ ਕੁਲ ਕਰਮ ਵਿਚਾਰਾ ਕਰਹਿ ਨਹੀਂ ਅਰ ਭੈ ਨਹੀਂ ਧਾਰਾ। ਕਹਿੰਦੇ ਜਿਹੜੇ ਕਰਮਕਾਂਡੀ ਲੋਕ ਸਨ, ਭਾਵੇਂ ਕਿ ਉਹ ਕਰਮਕਾਂਡ ਦਾ ਪ੍ਰਚਾਰ ਕਰਦੇ ਸਨ, ਪਰ ਮਹਾਰਾਜ ਜੀ ਕਹਿੰਦੇ ਸਨ ਮਹਾਰਾਜ ਜੀ ਕਿਸੇ ਦਾ ਵੀ ਭੈ ਧਾਰਨ ਨਹੀਂ ਸਨ ਕਰਦੇ। ਜਾਂ ਤੇ ਲੋਕ ਸਮੀਪ ਨ ਆਵੈ ਦੇਖ ਦੂਰ ਤੇ ਸੀਸ ਨਿਵਾਵੈ। ਕਰਮਕਾਂਡੀ ਲੋਕ ਮਹਾਰਾਜ ਦੇ ਨੇੜੇ ਨਹੀਂ ਸਨ ਆਉਂਦੇ, ਦੂਰੋਂ ਹੀ ਸੀਸ ਨਵਾ ਕੇ ਚਲੇ ਜਾਂਦੇ ਸਨ। ਸੰਗਤ ਕਰਹਿ ਨ ਬੈਠੈ ਪਾਸ ਸੁਨਹਿ ਨ ਬਚਨ ਭਾਗ ਘਟ ਜਾਸ। ਜਿਨ੍ਹਾਂ ਦੇ ਮਾੜੇ ਭਾਗ ਸਨ ਉਹ ਗੁਰੂ ਜੀ ਦੇ ਨੇੜੇ ਬਹਿ ਕੇ ਬਚਨ ਸੁਣਦੇ ਹੀ ਨਹੀਂ ਸੀ, ਨਾ ਉਹਨਾਂ ਦਾ ਕਦੀ ਜਸ ਸੁਣਦੇ ਸੀ, ਨਾ ਉਹਨਾਂ ਦੀ ਕਦੀ ਵਡਿਆਈ ਸੁਣਦੇ ਸੀ। ਕਿਉਂ? ਉਹ ਸੋਚਦੇ ਸੀ ਅਸੀਂ ਤੇ ਪੜ੍ਹੇ ਲਿਖੇ ਆ, ਅਸੀਂ ਤੇ ਪਹਿਲਾਂ ਹੀ ਬੜਾ ਕੁਝ ਜਾਣਦੇ ਆ। ਐਸੀ ਬ੍ਰਿਤੀ ਦੇ ਮਾਲਕ ਲੋਕ ਮਹਾਰਾਜ ਜੀ ਦੇ ਦਰਬਾਰ ਵਿੱਚ ਨਹੀਂ ਸਨ ਬੈਠਦੇ। ਸ੍ਰੀ ਨਾਨਕ ਕੀ ਸੰਗਤ ਜੇਈ ਦੂਰ ਦੂਰ ਤੇ ਆਵਹਿ ਤੇਈ। ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਸੀ ਉਹ ਹੁਣ ਗੁਰੂ ਅੰਗਦ ਸਾਹਿਬ ਜੀ ਨੂੰ ਮਿਲਣ ਵਾਸਤੇ ਦੂਰ ਦੂਰ ਤੋਂ ਆਉਂਦੀ ਹੈ। ਦਰਸ਼ਨ ਪਰਸੈ ਬਾਛਤ ਪਾਵੈ ਬਹੁਰ ਆਪਣੇ ਸਦਨ ਸਿਧਾਵੈ। ਕਹਿੰਦੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਸਨ, ਦਰਸ਼ਨ ਕਰਕੇ ਜੋ ਮਨ ਦੀ ਇੱਛਾ ਹੁੰਦੀ ਸੀ ਪ੍ਰਾਪਤ ਕਰਦੇ ਸਨ, ਫਿਰ ਆਪਣੇ ਘਰਾਂ ਨੂੰ ਚਲੇ ਜਾਂਦੇ ਸਨ। ਉਤੋ ਚੌਧਰੀ ਤੇਸੀ ਗਿਰਾਉ ਭਾਉ ਭਗਤ ਕੋ ਲਖੈ ਨ ਨਾਉ। ਉਸੇ ਪਿੰਡ ਦੇ ਵਿੱਚ ਖਡੂਰ ਸਾਹਿਬ ਵਿੱਚ ਇੱਕ ਚੌਧਰੀ ਸਰਦਾਰ ਹੁੰਦਾ ਸੀ, ਪਰ ਉਹ ਭਾਉ ਭਗਤ ਨਹੀਂ ਸੀ ਉਸ ਦੇ ਅੰਦਰ। ਐਸੀ ਪ੍ਰੇਮ ਦੀ ਭਗਤੀ, ਪਰਮੇਸ਼ਰ ਦਾ ਨਾਮ ਉਸ ਦੇ ਕੋਲ ਨਹੀਂ ਸੀ। ਨਿਤਾ ਪ੍ਰਤੀ ਬਹੁਤੋ ਮਦ ਪਾਨੀ ਸਭ ਕੋ ਬਹਿ ਸਭ ਕੋ ਬਕੈ ਖੋਟ ਵੱਡ ਬਾਨੀ। ਨਿਤਾ ਪ੍ਰਤੋ ਸ਼ਰਾਬ ਪੀਆ ਕਰਦਾ ਸੀ, ਸਾਰਿਆਂ ਨੂੰ ਮਾੜੀ ਬਾਣੀ ਬੋਲਣੀ, ਕਿਸੇ ਨੂੰ ਚੰਗਾ ਵੀ ਬੋਲ ਨਹੀਂ ਸੀ ਬੋਲਿਆ ਕਰਦਾ। ਮਿਰਗੀ ਰੋਗ ਹੁਤੋ ਤਿਸ ਭਾਰੀ ਵਿਆਕੁਲ ਕਰਹਿ ਉਠੈ ਜਿਸ ਬਾਰੀ। ਉਸ ਨੂੰ ਪਰ ਇੱਕ ਰੋਗ ਲੱਗਿਆ ਸੀ ਬੜਾ ਤਕੜਾ, ਉਹ ਰੋਗ ਸੀ ਮਿਰਗੀ ਦਾ। ਜਦੋਂ ਵੀ ਮਿਰਗੀ ਉਸ ਨੂੰ ਉੱਠਦੀ ਸੀ, ਮਿਰਗੀ ਬਹੁਤ ਹੀ ਤੰਗ ਕਰਦੀ ਹੁੰਦੀ ਸੀ। ਏਕ ਦਿਵਸ ਤਿਸ ਕੇ ਮਨ ਆਈ ਸੁਨ ਪਿਖ ਸ੍ਰੀ ਅੰਗਦ ਵਡਿਆਈ। ਇੱਕ ਦਿਨ ਮਨ ਵਿੱਚ ਆ ਗਈ ਵੀ ਚੱਲ ਰਹਿੰਦਾ ਤੇ ਤੂੰ ਇਸੇ ਪਿੰਡ ਵਿੱਚ ਚੱਲ, ਕਿਉਂ ਨਾ ਗੁਰੂ ਅੰਗਦ ਸਾਹਿਬ ਕੋਲ ਚੱਲੀਏ। ਲੋਕ ਦੂਰੋਂ ਦੂਰੋਂ ਆ ਕੇ ਉਹਨਾਂ ਤੋਂ ਮਨੋਕਾਮਨਾ ਪੂਰਨ ਕਰਾਉਂਦੇ ਨੇ, ਅਸੀਂ ਕਿਉਂ ਨਾ ਚੱਲੀਏ। ਜਿਵੇਂ ਐਸੇ ਹੁੰਦਾ ਆਪਾਂ ਸ਼ੀਸ਼ਗੰਜ ਸਾਹਿਬ ਰਹਿੰਦੇ ਆ, ਬੜੀ ਦੁਨੀਆ ਦੂਰੋਂ ਦੂਰੋਂ ਆ ਕੇ ਲਾਹਾ ਲਈ ਜਾਂਦੀ ਹੈ। ਕਈ ਵਾਰੀ ਨੇੜੇ ਤੋਂ ਨਹੀਂ ਲਿਆ ਜਾਂਦਾ, ਦੂਰੋਂ ਦੂਰੋਂ ਸੰਗਤ ਆ ਕੇ ਲੈ ਜਾਂਦੀ ਹੈ। ਇਸ ਕਰਕੇ ਉਹ ਸੋਚਦਾ ਹੈ ਕਿਉਂ ਨਾ ਮਨਾ, ਤੇਰੇ ਨੇੜੇ ਤੇ ਗੁਰੂ ਜੀ ਰਹਿੰਦੇ ਨੇ, ਤੂੰ ਵੀ ਜਾ ਕੇ ਗੁਰੂ ਸਾਹਿਬ ਤੋਂ ਲਾਹਾ ਪ੍ਰਾਪਤ ਕਰ। ਤਬ ਸਮੀਪ ਗੁਰ ਕੇ ਚੱਲ ਆਇਓ ਆਪਣੋ ਸਰਬ ਬਿਰਤਾਂਤ ਸੁਣਾਇਓ। ਮਹਾਰਾਜ ਜੀ ਦੇ ਨੇੜੇ ਆਇਆ ਤੇ ਸਾਰਾ ਬਿਰਤਾਂਤ ਗੁਰੂ ਜੀ ਨੂੰ ਸੁਣਾਉਂਦਾ, ਦੱਸਦਾ ਮਹਾਰਾਜ ਮੈਂ ਤੇ ਬਹੁਤ ਸ਼ਰਾਬ ਪੀਂਦਾ, ਮੇਰੇ ਤੋਂ ਤਾਂ 1 ਮਿੰਟ ਵੀ ਨਹੀਂ ਰਿਹਾ ਜਾਂਦਾ, ਮੈਨੂੰ ਰੋਗ ਵੀ ਬੜਾ ਭਾਰੀ ਲੱਗਾ ਹੋਇਆ ਹੈ। ਆਪ ਤਪਾ ਜੀ ਪਰਮ ਕਿਰਪਾਲੂ ਸਭ ਭਾਖੈ ਤੁਮ ਸੁਜਸ ਵਿਸਾਲ। ਕਹਿੰਦੇ ਤਪਾ ਜੀ ਗੁਰੂ ਅੰਗਦ ਸਾਹਿਬ ਜੀ ਤੁਸੀਂ ਬੜੇ ਮਹਾਨ ਹੋ, ਸਾਰੇ ਤੁਹਾਡੀ ਬੜੀ ਵਡਿਆਈ ਕਰਦੇ ਨੇ, ਤੇ ਮੈਂ ਵੀ ਤੁਹਾਡਾ ਜਸ ਸੁਣ ਕੇ ਆਪ ਜੀ ਦੇ ਕੋਲ ਚੱਲ ਕੇ ਆਇਆ ਹਾਂ। ਰੋਗ ਅਧਿਕ ਮੇਰੇ ਤਨ ਮਾਹੀ ਕਰੋ ਕਿਰਪਾ ਜਿਮ ਇਹੋ ਮਿਟ ਜਾਹੀ। ਮਹਾਰਾਜ ਜੀ ਕਹਿੰਦੇ ਠੀਕ ਹੈ ਭਾਈ, ਕਹਿੰਦੇ ਮੇਰੇ ਤੇ ਕਿਰਪਾ ਕਰੋ ਜਿਵੇਂ ਇਹ ਮੇਰਾ ਰੋਗ ਮਿਟ ਜਾਏ, ਮੇਰੇ ਤੇ ਐਸੀ ਕਿਰਪਾ ਕਰੋ ਮੇਰੇ ਸਰੀਰ ਦੇ ਇਹ ਰੋਗ ਖਤਮ ਹੋ ਜਾਣ। ਤਬ ਪ੍ਰਤੀਤ ਔਰ ਮੋਕੋ ਆਵੈ ਜਿਮ ਇਹੋ ਕੀਰਤ ਬ੍ਰਿੰਦ ਸੁਣਾਵੈ। ਮੇਰੇ ਮਨ ਦੇ ਵਿੱਚ ਉਸ ਦਿਨ ਪ੍ਰੀਤ ਆਏਗੀ ਜਿਸ ਦਿਨ ਮੇਰਾ ਰੋਗ ਕੱਟਿਆ ਜਾਏਗਾ। ਦੁਨੀਆ ਦੇ ਕੱਟੇ ਕੇ ਮੈਨੂੰ ਕੀ, ਦੇਖੋ ਗੁਰੂ ਸਾਹਿਬ ਨੂੰ ਇਹ ਵੀ ਕਹਿ ਰਿਹਾ ਕਿ ਮੇਰਾ ਜਿਸ ਦਿਨ ਕੱਟਿਆ ਜਾਏਗਾ ਮੈਂ ਤੇ ਉਸ ਦਿਨ ਮੰਨਾਂਗਾ। ਲੋਕੀ ਕਹਿੰਦੇ ਨੇ ਵੀ
बड़ी किरपा करते ने लोकी जस गाउंदे ने जे मेरा कट्टोगे मैं तो फिर तुहानू मन्नांगा। सुन किरपाल एहो बाक बखाना, सुन किरपालू एहो बाक बखाना, जेकर त्याग देह मत पाना। भावें कि गुरु नू परवाह नहीं किसी दी भी नहीं तू जस गाएगा तो मेरा की बिगड़ जाना है, पर गुरु किरपालू है फिर भी सोचता चल कोई नहीं, जे इन्नी गल कह ही रहा है। महाराज जी नू कहते भाई ऐसा कर फिर तू शराब पीनी छड़ दे, शराब पीनी छड़ देगा तेरा ये रोग ठीक हो जाएगा। मिर्गी बहोर न उठे कदाई, तन अरोग तेरो हो जाई। तेरे विच दोबारा फिर मिर्गी नहीं उठेगी तेनू, तेरा शरीर अरोग हो जाएगा। जे आयत उल कह कित काला, करह पान मद होए न टाला। पर जे तू उलंघन किया, जे तू फेर पीती, जे तू आग्या का भंग किया फिर नहीं टलनी बई। वचन तेनू है तेनू दोबारा नहीं उठेगी, पर जे किते तू वचन तो बाहर हो गया ये टलेगी नहीं। तब मिर्गी हो वह तन आन, जिसते बिनस जाहे तब प्राण। फिर ऐसी मिर्गी उठेगी तेरा प्राण ही चले जाएंगे, रहेगा नहीं। याद कर ला जे ते वचन ते चल सकदा है तो चल। एवें ताई कहते ना गुरु पीर दे कोल जे वचन करिए, कोई सुखना कोई शर्त रखिए तो उन्होंने पूरी करिए, एवें नहीं रख के तो चले गए। कहते भाई जे तू कर सकदा है फिर कर लै, पर जे तू दोबारा पीती फिर तेरे प्राण भी निकल जाएंगे। सुन बंधन कर सदन सिधारा, त्याग दीन मद पान कुडारा। ये गल सुन के घर चला गया ते जाके शराब पीना छड़ दिता है। रोग मृगी को भयो विनाशा, सदा अरोगी होए हुलासा। हौली हौली मिर्गी का रोग ठीक हो गया, हुण सुख पाउंदा है। चिरकाल सुख भोग्यो पीना, मन कठोर न कीन पतीना। कहंदे चिरंकाल बड़े दिनों तक जिउंदा रहा, पर मन कठोर सी, गुरु दे बचनां ते प्रतीत ना रखी। भूल गयो जड़ै गुर के बैन, पता निहार लीन भी नैन। कहंदे मूड सी गुरु दे बचन भुल गया, छड़ गया गुरु दे बचन। कहंदे इस करके हुण उसने एक दिन शराब पीती है। सो इत्थों तई दी आपां अज कथा श्रवण करांगे। कल नूं इस दा फिर की हशर हुंदा है गुरु महाराज जी कल नूं दसणगे। महाराज साहब जी किरपा करन, जिन्नी भी संगत गुरु के दरबार में चल के आउंदी है, गुरु जी ये किरपा करन सबना नूं नाम दी दात, गुरबाणी दी गुरसिੱਖੀ दी दात बख्शण। साहब जी महाराज सब दे घरां 'च सुख शांति चढ़दी कला दी दात बख्शण। आप जी निता प्रत संगत करो, तां जो संगत करदियां करदियां भागां विच वाधा होए, भाग